ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੂਰਜ ਅਸਤਿਓ ਪ੍ਰਾਂਚ ਦਿਸ, ਭਾ ਸੰਧਿਆ ਕੋ ਕਾਲ। ਆਏ ਜਾਏ ਸਿੱਖਪੁਰੀ ਤੇ, ਦਰਸ਼ਕ ਗੁਰੂ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਅਤਿਅੰਤ ਵਡਭਾਗੇ ਹੋ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨਵਿਰਤੀਆਂ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਜੋੜੀਏ। ਸਤਿਗੁਰੂ ਜੀ ਦੇ ਸਰੀਰ ਦੀ ਖੇਚਲ ਵੱਧਦੀ ਜਾ ਰਹੀ ਹੈ। ਇਹ ਪ੍ਰਸੰਗ ਆਪਾਂ ਰਾਤ ਸਰਵਣ ਕਰ ਚੁੱਕੇ ਹਾਂ। ਜਦੋਂ ਸੰਗਤ ਨੇ ਪੁੱਛਿਆ, ਮਹਾਰਾਜ ਆਪ ਜੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਤਾਂ ਸਤਿਗੁਰਾਂ ਨੇ ਆਖਿਆ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਸਭ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹਦੇ ਵਿੱਚੋਂ ਹੀ ਗੁਰੂ ਨੂੰ ਖੋਜੋ, ਸ਼ਬਦ ਦੀ ਕਮਾਈ ਕਰੋ। ਸੋ ਇਹ ਉਪਦੇਸ਼ ਜਾਰੀ ਹੈ। ਸ਼ਾਮ ਦਾ ਟਾਈਮ ਹੋ ਗਿਆ, ਚੇਤਰ ਦੀ 14 ਦਾ ਦਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਦੀਆਂ ਤਿਆਰੀਆਂ ਨੇ। ਆਪਣੇ ਮੁਖ ਤੋਂ ਕਹਿ ਦਿੱਤਾ ਵੀ ਅਸੀਂ ਹੁਣ ਇਹ ਚੋਲਾ ਤਿਆਗ ਦਿਆਂਗੇ। ਸਾਰੀਆਂ ਹੀ ਸੰਗਤਾਂ ਬਹੁਤ ਜ਼ਿਆਦਾ ਗਮਗੀਨ ਹਨ, ਉਦਾਸ ਹਨ। ਸਾਰਿਆਂ ਦੇ ਨੇਤਰਾਂ 'ਚ ਬੈਰਾਗ ਦਾ ਜਲ ਛਾਇਆ ਹੋਇਆ ਹੈ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਰਹੇ ਨੇ। ਉਹ ਕਥਾ ਪ੍ਰੇਮ ਨਾਲ ਸਰਵਣ ਕਰੋ। ਸਾਰੀ ਸੰਗਤ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੂਰਜ ਅਸਤਿਓ ਪ੍ਰਾਚ ਦਿਸ਼। ਕਹਿੰਦੇ ਸੂਰਜ ਜਿਹੜਾ ਹੈ ਉਹ ਅੱਜ ਛਿਪ ਗਿਆ ਹੈ ਪੱਛਮ ਵਾਲੇ ਪਾਸੇ ਨੂੰ। ਭਾ ਸੰਧਿਆ ਕੋ ਕਾਲ। ਤੇ ਸੰਧਿਆ ਜਿਹੜੀ ਹੈ ਉਹ ਹੋ ਗਈ ਹੈ, ਰਹਿਰਾਸ ਦਾ ਟਾਈਮ ਹੋ ਗਿਆ ਹੈ। ਆਏ ਜਾਏ ਸਿੱਖਪੁਰੀ ਤੇ। ਦਿੱਲੀ ਸ਼ਹਿਰ ਤੋਂ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈ ਜਾ ਰਹੇ ਨੇ। ਦਰਸ਼ਤ ਗੁਰੂ ਕਿਰਪਾਲ। ਔਰ ਆ ਕੇ ਸੰਗਤਾਂ ਗੁਰੂ ਸਾਹਿਬ ਦੇ ਅੰਤਮ ਦਰਸ਼ਨ ਕਰ ਰਹੀਆਂ ਹਨ। ਚੌਪਈ ਬ੍ਰਿੰਦ ਮਸੰਦ ਥਿਰੇ ਸਭ ਆਏ। ਬਹੁਤ ਮਸੰਦ ਗੁਰੂ ਘਰ ਦੇ ਵਿੱਚ ਜਿਹੜੇ ਜ਼ਿੰਮੇਵਾਰ ਗੁਰੂ ਘਰ ਦੇ ਸਿੱਖ ਹਨ, ਮੁਖੀਏ, ਉਹ ਵੀ ਆਜ ਜੁੜੇ ਹਨ ਬਾਲਾ ਸਾਹਿਬ ਵਿਖੇ। ਜੇ ਗੁਰਬਖਸ਼ ਆਦ ਮੁਖ ਗਾਏ। ਭਾਈ ਗੁਰਬਖਸ਼ ਵਰਗੇ ਮੁਖੀ ਸਿੱਖ ਸਾਰਾ ਪ੍ਰਬੰਧ ਸੰਭਾਲ ਰਹੇ ਹਨ। ਅੰਤਰ ਵਹਿਰ ਭੀਰ ਬਹੁ ਹੋਈ। ਗੁਰੂ ਘਰ ਦੇ ਵਿੱਚ ਅੰਦਰ ਬਾਹਰ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਹੈ, ਬਹੁਤ ਜ਼ਿਆਦਾ ਇਕੱਠ ਹੈ। ਧਰੇ ਸ਼ੋਕ ਬੋਲਤ ਨਹਿ ਕੇਈ। ਸਾਰੇ ਬੈਰਾਗ ਵਿੱਚ ਹਨ, ਕੋਈ ਬੋਲਦਾ ਨਹੀਂ, ਇੱਕ ਦੂਜੀ ਨਾਲ ਕੋਈ ਗੱਲਬਾਤ ਨਹੀਂ ਕਰਦੇ। ਸਿੱਖ ਸਾਰੇ ਗਮਗੀਨ ਹਨ, ਉਦਾਸ ਹਨ। ਦਰਸ਼ਨ ਕਰੈ ਵਹਿਰ ਥਿਰ ਹੋਏ। ਔਰ ਮਹਾਰਾਜ ਦੇ ਦਰਸ਼ਨ ਕਰਕੇ ਤੇ ਬਾਹਰ ਦੀਵਾਨ ਵਿੱਚ ਬੈਠ ਜਾਂਦੇ ਹਨ। ਵਾਹਿਗੁਰੂ ਸਿਮਰਤ ਸਭ ਕੋਏ। ਵਾਹਿਗੁਰੂ 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 ਸਾਰੀਆਂ ਸੰਗਤਾਂ ਜਪ ਰਹੀਆਂ ਹਨ। ਔਰ ਕੀ ਸੰਗਤ ਕੇ ਸਿੱਖ ਸਿਆਣੇ। ਦਿੱਲੀ ਸ਼ਹਿਰ ਦੀਆਂ ਸੰਗਤਾਂ ਗੁਰੂ ਕੇ ਸਿੱਖ ਸਿਆਣੇ। ਗੁਰ ਚਰਿਤਰ ਤੇ ਔਰ ਬਿਸਮਾਨੇ। ਇਹ ਸਤਿਗੁਰਾਂ ਦੇ ਕੌਤਕ ਤੋਂ ਬੜੇ ਹੈਰਾਨ ਹਨ ਵੀ ਗੁਰੂ ਸਾਹਿਬ ਜੀ ਦੀ ਉਮਰ ਤੇ ਅਜੇ ਪੌਣੇ 8 ਸਾਲ ਦੀ ਹੈ, ਤੇ ਇੰਨੀ ਛੋਟੀ ਉਮਰ 'ਚ ਮਹਾਰਾਜ ਕੀ ਕੌਤਕ ਕਰ ਚੱਲੇ ਹਨ। ਸਭ ਗੁਰਬਖਸ਼ ਸੰਗ ਮਿਲ ਕਹਿਓ। ਸਾਰੀ ਸੰਗਤ ਨੇ ਭਾਈ ਗੁਰਬਖਸ਼ ਨੂੰ ਆਖਿਆ, ਆਪ ਮਿਲ ਗੁਰ ਦਰਸ਼ਨ ਕੋ ਲਹਿਓ। ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਸਭ ਸੰਗਤ ਸੰਗ, ਸਭ ਗੁਰਬਖਸ਼ ਸੰਗ ਮਿਲ ਕਹਿਓ।
ਭਾਈ ਗੁਰਬਖਸ਼ ਨੇ ਸਾਰਿਆਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ ਆਪ ਮਿਲ ਗੁਰ ਦਰਸ਼ਨ ਕੋ ਲਹਿਓ ਵੀ ਆਪਾਂ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ। ਸਮਾ ਕਹਿਨ ਕੋ ਲੱਖ ਮਨ ਮਾਹੀ ਅਜੇ ਮੌਕਾ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਕੋਈ ਗੱਲ ਕਹਿਣੀ ਹੈ ਤਾਂ ਹੁਣ ਕਹਿ ਲਈਏ, ਜਿਹੜੀ ਗੱਲ ਪੁੱਛਣੀ ਹੈ ਉਹ ਪੁੱਛ ਲਈਏ। ਪੂਜੋ ਸਕਲ ਹੋਏ ਕਰ ਪਾਹੀ ਸਾਰੇ ਇਕੱਠੇ ਹੋ ਕੇ ਪੁੱਛੀਏ ਮਹਾਰਾਜ ਤੋਂ, ਬਾਰ-ਬਾਰ ਬੇਨਤੀ ਕਰੀਏ ਕਿ ਸਾਨੂੰ ਕਿਹਦੇ ਲੜ ਲਾ ਚੱਲੇ ਹੋ। ਜਬ ਹੋਏ ਜਹ ਹੈ ਅੰਤਰ ਧਿਆਨ ਜਦੋਂ ਗੁਰੂ ਮਹਾਰਾਜ ਜੀ ਅੰਤਰ ਧਿਆਨ ਹੋ ਜਾਣਗੇ, ਭਾਵ ਜੋਤੀ ਜੋਤ ਸਮਾ ਜਾਣਗੇ, ਹਿਰਦੇ ਬਸੂਰਤ ਰਹੋ ਮਹਾਨ। ਫਿਰ ਗੱਲ ਮਨ ਦੀ ਮਨ 'ਚ ਹੀ ਰਹਿ ਜਾਏਗੀ, ਝੂਰਦੇ ਰਹਿ ਜਾਵਾਂਗੇ ਵੀ ਸਤਿਗੁਰਾਂ ਤੋਂ ਪੁੱਛਿਆ ਕਿਉਂ ਨਹੀਂ। ਨਹੀਂ ਸੰਦੇਹ ਹੋਏ ਜਿਸ ਭਾਂਤ ਐਸਾ ਕੋਈ ਫੈਸਲਾ ਹੋ ਜਾਵੇ, ਗੁਰੂ ਸਾਹਿਬ ਆਪਣੇ ਮੁਖਾਰਬਿੰਦ ਤੋਂ ਕੋਈ ਹੁਕਮ ਲਾ ਦੇਣ ਤਾਂ ਕਿ ਬਾਅਦ ਵਿੱਚ ਗੁਰਤਾ ਗੱਦੀ ਦੇ ਮਾਮਲੇ ਤੇ ਕੋਈ ਸੰਦੇਹ ਨਾ ਰਹਿ ਜਾਵੇ, ਕੋਈ ਸੰਸਾ ਨਾ ਰਹਿ ਜਾਵੇ, ਗੁਰੂ ਘਰ 'ਚ ਕੋਈ ਰੌਲਾ ਨਾ ਪਵੇ। ਸੁਨੀਐ ਹੈ ਗੁਰੂ ਬਾਕ ਬਖਿਆਤ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਜਿਹੜੇ ਰਸਨਾ ਦੇ ਹਨ ਉਹ ਸੁਣ ਲਈਏ। ਜਥਾ ਕਰਨ ਅਰਦਾਸ ਅਗਾਰੀ ਤੋ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਪੁੱਛਣਾ ਚਾਹੀਦਾ ਹੈ। ਮਿਲ ਸਭ ਹੂੰ ਤਿਮ ਭਲੇ ਵਿਚਾਰੀ ਭਾਈ ਗੁਰਬਖਸ਼, ਰਾਜਾ ਜੈ ਸਿੰਘ, ਗੁਰੂ ਘਰ ਦੇ ਹੋਰ ਮੁਖੀਏ ਸਿੱਖ, ਸਾਰੀ ਸੰਗਤ ਦਿੱਲੀ ਦੀ ਅਤੇ ਸ੍ਰੀ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਸਿੱਖ ਸਨ, ਜੋ ਮਹਾਂਪੁਰਸ਼ ਸਨ, ਸਾਰਿਆਂ ਨੇ ਵਿਚਾਰ ਕੀਤੀ ਹੈ ਵੀ ਗੁਰੂ ਸਾਹਿਬ ਜੀ ਤੋਂ ਪੁੱਛ ਲਈਏ। ਤਬ ਗੁਰ ਬਖਸ਼ ਭਲੇ ਸਮਝਾਇਓ ਤਾਂ ਭਾਈ ਗੁਰਬਖਸ਼ ਜੀ ਨੇ ਸਾਰੀ ਸੰਗਤ ਨੂੰ ਸਮਝਾਇਆ ਜੇ ਮੈਂ ਇਸ ਸਮੇਂ ਕਹਿਨ ਬਨ ਆਇਓ ਬਈ ਇਸ ਤਰ੍ਹਾਂ ਮਹਾਰਾਜ ਨੂੰ ਹੁਣ ਇਸ ਸਮੇਂ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ। ਠਹਿਰਿਓ ਮਤ ਜਿਮ ਸਭਨ ਕੇਰਾ ਜਿਵੇਂ ਸਾਰਿਆਂ ਦਾ ਮਤਾ ਹੈ, ਸਾਰਿਆਂ ਦੀ ਸਲਾਹ ਹੋਈ ਹੈ ਪੱਕੀ। ਕਹਿਬੇ ਹਿਤ ਅਗੇਰ ਸੋ ਪ੍ਰੇਰਾ ਭਾਈ ਗੁਰਬਖਸ਼ ਨੂੰ ਅੱਗੇ ਲਾ ਲਿਆ ਸਾਰੀ ਸੰਗਤ ਨੇ ਵੀ ਤੁਸੀਂ ਮਹਾਰਾਜ ਨੂੰ ਬੇਨਤੀ ਕਰੋ। ਭਏ ਸੰਗ ਤਿਸ ਕੇ ਸਿੱਖ ਸਿਆਣੇ ਭਾਈ ਗੁਰਬਖਸ਼ ਕੱਲਾ ਨਹੀਂ, ਉਹਦੇ ਨਾਲ ਹੋਰ ਵੀ ਕਈ ਸਿਆਣੇ ਸਿੱਖ ਰਲ ਗਏ ਹਨ। ਗੁਰੂ ਮਿਰਜਾਦ ਜੇ ਚਹਿਤ ਮਹਾਨੇ ਜਿਹੜੇ ਭਾਈ ਗੁਰਬਖਸ਼ ਦੇ ਨਾਲ ਗੁਰੂ ਘਰ ਦੇ ਮਰਜ਼ਾਦਾ ਵਾਲੇ, ਰਹਿਣੀ ਬਹਿਣੀ ਵਾਲੇ, ਗੁਰੂ ਘਰ ਦੀ ਮਰਜ਼ਾਦਾ ਦੇ ਜਾਣੂ ਹਨ, ਜਿਨ੍ਹਾਂ ਨੂੰ ਗੁਰੂ ਘਰ ਦੀ ਪਰੰਪਰਾ ਦਾ, ਗੁਰੂ ਘਰ ਦੀ ਰੀਤੀ ਰਿਵਾਜ ਦਾ ਗਿਆਨ ਹੈ। ਆਗੇ ਸਤਿਗੁਰ ਕੀਨਸ ਤਿਆਰੇ ਉਹਨਾਂ ਨੂੰ ਨਾਲ ਲੈ ਕੇ ਭਾਈ ਗੁਰਬਖਸ਼ ਮਸੰਦ ਅੰਦਰ ਵੜਿਆ ਹੈ ਤੇ ਗੁਰੂ ਸਾਹਿਬ ਜੀ ਅੱਗੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਕੁਛ ਕੋ ਆਸਤਰਨ ਛੇਤ ਡਾਰੇ ਔਰ ਮਹਾਰਾਜ ਨੇ ਆਪਣਾ ਆਸਣ ਭੁੰਜੇ ਤੇ ਹੀ ਲਾ ਲਿਆ ਹੈ, ਕੁਛ ਆਸਣ ਤੇ ਬਿਰਾਜਮਾਨ ਹੋ ਗਏ ਹਨ। ਦਾਸਨ ਸੋ ਕਹਿ ਕਰਵਾਵੈ ਆਪਣੇ ਸੇਵਾਦਾਰਾਂ ਨੂੰ ਹੁਕਮ ਕਰਕੇ ਆਪਣਾ ਆਸਣ ਕਰ ਲਿਆ ਹੈ। ਸੁਨਤ ਬਿਲੋਚਨ ਜਲ ਦ੍ਰਿਗ ਛਾਵੈ ਜਦੋਂ ਮਹਾਰਾਜ ਨੇ ਕਿਹਾ ਵੀ ਸਾਡਾ ਆਸਣ ਭੁੰਜੇ ਲਾ ਦਿਓ, ਉਸ ਵੇਲੇ ਸਾਰਿਆਂ ਦੇ ਨੇਤਰਾਂ ਵਿੱਚ ਜਲ ਛਾ ਗਿਆ। ਘਟਕਾ ਚਾਰ ਬਤੀਤਨ ਕਰੇ ਤੇ 4 ਘੜੀਆਂ ਬਤੀਤ ਹੋ ਗਈਆਂ। ਤਬ ਗੁਰੂ ਬਖਸ਼ ਅਗਰ ਹੋਏ ਖਰੇ ਜਦੋਂ ਰਾਤ ਦੀਆਂ 4 ਘੜੀਆਂ ਬੀਤੀਆਂ, ਕੋਈ ਸ਼ਾਮ ਦੇ 8-9 ਵਜੇ, ਤਾਂ ਕੁਝ ਸਿੱਖਾਂ ਸਮੇਤ ਭਾਈ ਗੁਰਬਖਸ਼ ਜੀ ਅੰਦਰ ਆਏ ਹਨ। ਸਭ ਕੇ ਹਿਤ ਕੀ ਸ਼ੁਭ ਅਰਦਾਸ ਸਮੁੱਚੇ ਗੁਰੂ ਨਾਨਕ ਦੇ ਪੰਥ ਵੱਲੋਂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਲੱਗੇ ਹਨ। ਕਰੀ ਗੁਰੂ ਕੇ ਪਾਸ ਪ੍ਰਕਾਸ਼ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕੀਤੀ ਹੈ। ਪ੍ਰਥਮ ਲਿਏ ਸਭ ਗੁਰ ਕੇ ਨਾਮ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਤੱਕ ਪਿਛਲੇ ਸਾਰੇ ਸਤਿਗੁਰੂ ਸਾਹਿਬਾਂ ਦਾ ਨਾਮ ਲਿਆ ਹੈ। ਜਿਨ ਕੋ ਸੁਜਾਸ ਜਗਤ ਅਬਿਰਾਮ ਜਿਨ੍ਹਾਂ ਸਤਿਗੁਰੂ ਸਾਹਿਬਾਂ ਦਾ ਜਸ ਸਾਰੇ ਜਗਤ ਵਿੱਚ ਛਾਇਆ ਹੋਇਆ ਹੈ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰੋ ਰਾਮ ਰਾਜੇ। ਜੋ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਤੱਕ 7 ਪਾਤਸ਼ਾਹੀਆਂ ਹੋ ਚੁੱਕੀਆਂ ਹਨ,
ਉਹਨਾਂ ਸਤਿਗੁਰੂ ਸਾਹਿਬ ਜੀ ਦਾ ਨਾਮ ਲੈ ਕੇ ਸਭ ਸੰਗਤ ਕੀ ਬਿਨੈ ਸੁਨੀਜੈ। ਫਿਰ ਬੇਨਤੀ ਕੀਤੀ ਹੈ ਮਹਾਰਾਜ ਹਾਜ਼ਰ ਨਾਜ਼ਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਕਿ ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਦੇ ਅਸੀਂ ਬੱਚੇ ਹਾਂ, ਆਪ ਜੀ ਦੀ ਸੰਗਤ ਹਾਂ, ਆਪ ਜੀ ਇਸ ਫੁਲਵਾੜੀ ਦੇ ਮਾਲੀ ਹੋ, ਸਾਡੇ ਸਾਰਿਆਂ ਦੀ ਬੇਨਤੀ ਸੁਣੋ। ਬਿਰਧ ਕਿਰਪਾਲ ਕਿਰਪਾ ਨਿਜ ਕੀਜੈ। ਆਪ ਜੀ ਦਾ ਬਿਰਧ ਹੈ ਕਿਰਪਾਲੂ ਹੋ, ਸਦਾ ਸਦਾ ਤੇ ਕਿਰਪਾ ਕਰਦੇ ਆਏ ਹੋ, ਹੁਣ ਸਾਡੇ ਤੇ ਕਿਰਪਾ ਕਰੋ। ਸਪਤਮ ਸਤਿਗੁਰ ਸ੍ਰੀ ਹਰਿ ਰਾਏ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਸੋਤ ਤਜ ਬਡੋ ਨਾ ਉਚਿਤ ਲਖਾਏ। ਜਦੋਂ ਸੱਚਖੰਡ ਗਏ ਸਨ, ਉਹਨਾਂ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਤਿਆਗ ਦਿੱਤਾ ਸੀ, ਕਿਉਂਕਿ ਗੁਰਤਾ ਗੱਦੀ ਦੇ ਉਹ ਅਧਿਕਾਰੀ ਨਹੀਂ ਸਨ। ਆਪਣੇ ਬਦਨ ਲਗਾਇਵ ਨਾਹੀ। ਇਥੋਂ ਤੱਕ ਸਤਿਗੁਰਾਂ ਨੇ ਫੈਸਲਾ ਕਰ ਲਿਆ ਸੀ ਵੀ ਸਾਡੇ ਮੱਥੇ ਹੀ ਨਾ ਲੱਗੇ। ਬਾਬਾ ਰਾਮ ਰਾਏ ਜੀ ਨੂੰ ਤਾਂ ਆਪਣੇ ਮੂੰਹ ਹੀ ਨਹੀਂ ਲਾਇਆ, ਦਰਸ਼ਨ ਵੀ ਨਹੀਂ ਦਿੱਤੇ। ਗੁਰਤਾ ਦੇਨੀ ਤਉ ਕਿਤ ਰਹੀ। ਗੁਰਤਾ ਗੱਦੀ ਦੇਣੀ ਤਾਂ ਬੜੀ ਦੂਰ ਦੀ ਗੱਲ ਹੈ, ਦਰਸ਼ਨ ਵੀ ਨਹੀਂ ਦਿੱਤੇ। ਸਤਵੇਂ ਪਾਤਸ਼ਾਹ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਤੁਮ ਕੋ ਨਿਜ ਅਸਥਾਨ ਬਿਠਾਏ। ਉਹਨਾਂ ਦੀ ਥਾਂ ਤੇ ਤੁਹਾਨੂੰ ਆਪਣੀ ਥਾਂ ਤੇ ਬਿਠਾਇਆ ਹੈ। ਵੱਡੇ ਪੁੱਤਰ ਨੂੰ ਛੱਡ ਕੇ ਆਪ ਜੀ ਨੂੰ ਗੱਦੀ ਮਿਲੀ ਹੈ। हे ਸਤਿਗੁਰੂ 8ਵੇਂ ਪਾਤਸ਼ਾਹ ਜੀ, ਸਭ ਵਿਦ ਉਚਿਤ ਜਾਨ ਹਰ ਖਾਏ। ਆਪ ਜੀ ਨੂੰ ਹਰ ਤਰ੍ਹਾਂ ਨਾਲ ਉਚਿਤ ਸਮਝਿਆ, ਯੋਗ ਸਮਝਿਆ, ਗੁਰਤਾ ਗੱਦੀ ਦੇ ਉੱਤੇ ਬੈਠਣ ਦੇ ਅਧਿਕਾਰੀ ਸਮਝਿਆ। ਕਿਤਕ ਮਾਸ ਜੁਗ ਸੰਮਤ ਬੀਤੇ। 2 ਸਾਲ ਤੇ ਅਜੇ 5-4 ਮਹੀਨੇ ਉੱਤੇ ਬੀਤੇ ਹਨ ਤੁਹਾਨੂੰ ਗੱਦੀ ਤੇ ਬੈਠਿਆਂ ਹੋਇਆਂ ਨੂੰ। ਜਬ ਕੇ ਜਗਤ ਗੁਰੂ ਤੁਮ ਕੀਤੇ। ਜਦੋਂ ਦੇ ਆਪ ਗੁਰੂ ਬਣੇ ਹੋ 2.5 ਸਾਲ ਅਜੇ ਸਮਾਂ ਪੂਰਾ ਨਹੀਂ ਹੋਇਆ। ਤਬ ਕੀ ਸੰਗਤ ਸਰਬ ਸੰਭਾਲੀ। 2.5 ਸਾਲ ਤੋਂ ਆਪ ਜੀ ਇਸ ਗੁਰਤਾ ਗੱਦੀ ਨੂੰ ਭਾਗ ਲਾਉਂਦੇ ਰਹੇ ਹੋ, ਗੁਰੂ ਕੀ ਸੰਗਤ ਨੂੰ ਸੰਭਾਲਿਆ ਹੋਇਆ ਹੈ। ਸਿੱਖੀ ਰੀਤ ਭਲੇ ਪ੍ਰਤਪਾਲੀ। ਆਪ ਜੀ ਨੇ ਗੁਰੂ ਕੀ ਸਿੱਖੀ ਦੀ ਮਰਜ਼ਾਦਾ ਨੂੰ ਭਲੇ ਪ੍ਰਕਾਰ ਨਾਲ ਨਿਭਾਇਆ ਹੈ। ਸਿੱਖੀ ਦੀ ਮਰਿਆਦਾ ਦੇ ਵਿੱਚ ਢਿੱਲ ਨਹੀਂ ਆਣ ਦਿੱਤੀ। ਨਾਨਕ ਨਾਮ ਦੇਵਾ ਜਿੰਨੀਆਂ ਵੀ ਸੰਗਤਾਂ ਹਨ, ਗੁਰੂ ਨਾਨਕ ਦਾ ਜਿੰਨਾ ਵੀ ਬਾਗ ਬਗੀਚਾ ਹੈ, ਉਹਦੀ ਤੁਸੀਂ ਸੰਭਾਲ ਕੀਤੀ ਹੈ। ਚਹਿਤ ਭਏ ਅਬ ਅੰਤਰ ਧਿਆਨ। ਪਰ ਹੁਣ ਆਪ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਅੰਤਰ ਧਿਆਨ ਹੋਣ ਲੱਗੇ ਹੋ। ਆਪ ਜੀ ਕਹਿ ਰਹੇ ਹੋ ਵੀ ਅਸੀਂ ਹੁਣੇ ਚੋਲਾ ਤਿਆਗ ਦੇਣਾ ਹੈ। ਨਹੀਂ ਬਿਠਾਇਓ ਕੋ ਨਿਜ ਥਾਨ। ਪਰ ਸਤਿਗੁਰੂ ਜੀ ਪਿਛਲੇ ਗੁਰੂਆਂ ਦੀ ਤਰ੍ਹਾਂ ਆਪ ਆਪਣੀ ਥਾਂ ਤੇ ਗੱਦੀ ਤੇ ਕਿਸੇ ਨੂੰ ਬਿਠਾ ਕੇ ਨਹੀਂ ਚੱਲੇ। ਕਿਸੇ ਨੂੰ ਗੁਰਤਾ ਗੱਦੀ ਤਾਂ ਦੇ ਜਾਂਦੇ। ਇਹ ਗੁਰੂ ਨਾਨਕ ਦੀ ਗੱਦੀ ਦਾ 9ਵਾਂ ਵਾਰਸ ਕੌਣ ਹੋਵੇਗਾ, ਇਹ ਫੈਸਲਾ ਤਾਂ ਕਰ ਦਿੰਦੇ। ਅਬ ਸਭ ਸੰਗਤ ਮਿਲੀ ਬਸੂਰਤ। ਹੁਣ ਸਾਰਾ ਪੰਥ ਗੁਰੂ ਨਾਨਕ ਦੀ ਸਾਰੀ ਸੰਗਤ ਝੂਰ ਰਹੀ ਹੈ। ਸਾਰੀ ਸੰਗਤ ਪਰੇਸ਼ਾਨ ਹੈ ਬਈ ਸਤਿਗੁਰੂ ਜੀ ਤੋਂ ਬਾਅਦ ਇਸ ਗੱਦੀ ਨੂੰ ਕੌਣ ਭਾਗ ਲਾਵੇਗਾ। ਨਹਨ ਬਿਲੋ ਕਹਾਂਗੇ ਤੁਮ ਮੂਰਤ। ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਪਤਾ ਲੱਗਦਾ ਹੈ ਕਿ ਇਹ ਆਪ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਹੁਣ ਸਾਨੂੰ ਨਹੀਂ ਹੋਣੇ, ਤੇ ਮਹਾਰਾਜ ਆਪ ਜੀ ਤੋਂ ਬਾਅਦ ਇਸ ਗੱਦੀ ਤੇ ਕੌਣ ਮਹਾਂਪੁਰਸ਼ ਬੈਠਣਗੇ ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਸਕੀਏ। ਰਾਵਰ ਨੇ ਕਿਸ ਕੇ ਲੜ ਲਾਈ। ਇਹ ਸਤਿਗੁਰੂ ਜੀ ਆਪ ਜੀ ਨੇ ਸਾਨੂੰ ਕਿਸ ਦੇ ਲੜ ਲਾਇਆ ਹੈ, ਕਿਹਨੂੰ ਸਾਡਾ ਪੱਲਾ ਫੜਾ ਚੱਲੇ ਹੋ ਮਹਾਰਾਜ। ਰੀਤ ਪ੍ਰਥਮ ਗੁਰੂਨ ਚਲ ਆਈ। ਜੋ ਵੱਡੇ ਗੁਰੂਆਂ ਤੋਂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਤੋਂ ਰੀਤੀ ਚਲੀ ਆਉਂਦੀ ਸੀ, ਉਹ ਰੀਤੀ ਹੁਣ ਬੰਦ ਹੋ ਜਾਵੇਗੀ ਕਿ ਅੱਗੇ ਨੂੰ ਕੋਈ ਇਸ ਗੱਦੀ ਤੇ ਨਹੀਂ ਬੈਠੇਗਾ। ਇਹ ਇੱਕ ਚਿੰਤਾ ਦਾ ਵਿਸ਼ਾ ਸਾਰੀਆਂ ਸੰਗਤਾਂ ਵਾਸਤੇ ਹੈ। ਗੁਰੂ ਜੀ ਕਰੋ ਆਪ ਵੀ ਤਿਨਹੁ ਸਮਾਨ। ਮਹਾਰਾਜ ਜਿਵੇਂ ਵੱਡੇ ਗੁਰੂ ਫੈਸਲਾ ਕਰਕੇ ਜਾਂਦੇ ਰਹੇ ਹਨ, ਆਪ ਵੀ ਪਿਛਲੇ ਗੁਰੂ ਸਾਹਿਬਾਂ ਦੀ ਤਰ੍ਹਾਂ ਕੋਈ ਫੈਸਲਾ ਕਰਕੇ ਜਾਓ, ਜਿਸ ਤੇ ਸਿੱਖੀ ਰਹਿ ਜਹਾਨ। ਤਾਂ ਕਿ ਗੁਰੂ ਦੀ ਸਿੱਖੀ ਇਸ ਦੁਨੀਆ 'ਚ ਕਾਇਮ ਰਵੇ। ਗੁਰੂ ਨਾਨਕ ਦਾ ਪੰਥ ਚੱਲਿਆ ਹੈ ਤਾਂ ਇਹ ਚੱਲਦਾ ਹੀ ਰਵੇ।
ਇਸ ਸਿੱਖੀ ਨੂੰ ਕੋਈ ਖਤਮ ਨਾ ਕਰ ਸਕੇ। ਜੇ ਨਾ ਕਰੋਗੇ ਪੂਰਬ ਰੀਤ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵੱਡਿਆਂ ਗੁਰੂਆਂ ਦੀ ਤਰ੍ਹਾਂ ਇਹ ਫੈਸਲਾ ਨਹੀਂ ਕਰੋਗੇ ਜਾਨੀ ਪਰਹਸ ਹੋਏ ਵਿਪਰੀਤ। ਤਾਂ ਫਿਰ ਲੱਗਦਾ ਹੈ ਵੀ ਕੰਮ ਔਖਾ ਹੋ ਜਾਏਗਾ, ਸਿੱਖੀ ਦਾ ਬਾਗ ਬਗੀਚਾ ਮੁਰਝਾ ਜਾਏਗਾ। ਕਿਉਂਕਿ ਜਿਹੜੇ ਬਾਗ ਦਾ ਮਾਲੀ ਨਾ ਰਵੇ ਉਹ ਬਾਗ ਮੁਰਝਾ ਜਾਂਦਾ ਹੈ, ਜਿਹੜੇ ਜਹਾਜ਼ ਦਾ ਮਲਾਹ ਨਾ ਰਵੇ ਉਹ ਜਹਾਜ਼ ਡੁੱਬ ਜਾਂਦਾ ਹੈ। ਆਪ ਜੀ ਇਸ ਗੁਰੂ ਨਾਨਕ ਦੇ ਜਹਾਜ਼ ਦੇ ਮਲਾਹ ਹੋ ਤੇ ਕਿਸੇ ਦਾ ਇਹਦੇ ਉੱਤੇ ਪਹਿਰਾ ਲਾ ਕੇ ਜ਼ਿੰਮੇਵਾਰੀ ਦੇ ਕੇ ਗੁਰਤਾ ਗੱਦੀ ਬਖਸ਼ ਕੇ ਜਾਓ। ਵਿਚਲ ਜਾਏਗੀ ਸੰਗਤ ਸਾਰੀ। ਆਪ ਜੀ ਤੋਂ ਬਿਨਾ ਗੁਰਤਾ ਗੱਦੀ ਦੇ ਉੱਤੇ ਕੋਈ ਮਹਾਂਪੁਰਸ਼ ਜੇ ਨਾ ਬੈਠਿਆ ਤਾਂ ਗੁਰੂ ਦੀ ਸੰਗਤ ਬੜੀ ਵਿਚਲਿਤ ਹੋਵੇਗੀ, ਭਟਕ ਜਾਏਗੀ, ਇੱਧਰ ਉੱਧਰ ਸੰਗਤਾਂ ਪਰੇਸ਼ਾਨ ਹੋਣਗੀਆਂ। ਕੇਚਤ ਹੋਏ ਮੀਣਨ ਅਨੁਸਾਰੀ। ਕਿਉਂਕਿ ਗੁਰੂ ਘਰ ਦੇ ਕੁਝ ਕੱਚੇ ਪਿੱਲੇ ਗੁਰੂ ਹਨ, ਉਹ ਸੰਗਤਾਂ ਨੂੰ ਆਪਣੇ ਮਗਰ ਲਾ ਲੈਣਗੇ। ਕੁਝ ਸਿੱਖ ਤਾਂ ਮੀਣਿਆਂ ਦੇ ਚੇਲੇ ਬਣ ਜਾਣਗੇ। ਬਾਬਾ ਜੀ ਬਾਬਾ ਪਿਰਥੀ ਚੰਦ ਦੇ ਪੋਤਰੇ ਹਰਜੀ ਚਤਰਭੁਜ ਉਹ ਸੰਗਤਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਵਾਹ ਉਦਾਈ ਦੌੜੇ ਫਿਰਦੇ ਹਨ। ਮੀਣਿਆਂ ਦਾ ਪ੍ਰਚਾਰ ਵੱਧ ਜਾਏਗਾ, ਕਿਉਂਕਿ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਵੀ ਮੀਣਿਆਂ ਦਾ ਕਬਜ਼ਾ ਸੀ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ। ਇਹ ਜਿਹੜੇ ਸਨ ਬਾਬਾ ਬਿਰਥੀ ਚੰਦ ਦੇ ਪੁੱਤਰ ਮਿਹਰਬਾਨ ਤੇ ਮਿਹਰਬਾਨ ਜੀ ਦੇ ਪੁੱਤਰ ਚਤਰਭੁਜ ਤੇ ਹਰਜੀ ਤੇ ਫਿਰ ਅੱਗੇ ਨਿਰੰਜਨ ਰਾਏ ਵਗੈਰਾ ਦੱਖਣੀ ਰਾਏ, ਇਹ ਸੰਪਰਦਾਇ ਚੱਲੀ ਆ ਰਹੀ ਹੈ। ਉਹ ਜਿਹੜੇ ਹਨ ਬਾਬਾ ਚਤਰਭੁਜ ਹੋਰੀ ਉਹ ਸੰਗਤਾਂ ਨੂੰ ਤੋੜ ਕੇ ਆਪਣੇ ਨਾਲ ਲਾਣਗੇ। ਬਹੁਤੇ ਸਿੱਖ ਭਟਕਦੇ ਹੋਏ ਉਧਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਬਾਬੇ ਪਿਰਥੀ ਚੰਦ ਦੀ ਅੰਸ ਬੰਸ ਨੂੰ ਗੁਰੂ ਮੰਨਣਗੇ। ਧੀਰ ਮਲ ਕੋ ਮਨ ਹੈ ਕੋਈ, ਤੇ ਕੋਈ ਧੀਰ ਮਲ ਨੂੰ ਮੰਨੇਗਾ। ਜਿਹੜੇ ਧੀਰ ਮਲ ਦੇ ਪ੍ਰੇਮੀ ਹਨ ਉਹ ਧੀਰ ਮਲ ਦਾ ਪ੍ਰਚਾਰ ਕਰਨਗੇ। ਬਾਬਾ ਧੀਰਮਲ ਵੀ ਤੁਹਾਡਾ ਤਾਇਆ ਹੈ ਤੇ ਉਹ ਇਸ ਗੱਦੀ ਉੱਤੇ ਆਪਣਾ ਦਾਵਾ ਜਤਾਏਗਾ। ਕੋ ਸਿੱਖ ਰਾਮ ਰਾਏ ਕੋ ਹੋਈ, ਤੇ ਕੋਈ ਬਾਬੇ ਰਾਮ ਰਾਏ ਤੁਹਾਡੇ ਵੱਡੇ ਭਾਈ ਦੇ ਚੇਲੇ ਬਣ ਜਾਣਗੇ। ਇਤਿਆਦਿਕ ਸੋਢੀ ਜੇ ਔਰ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸੋਢੀ ਹਨ ਸਾਰੇ ਗੁਰੂ ਰਾਮਦਾਸ ਦੀ ਅੰਸ ਬੰਸ ਦੇ ਬਣ ਕੇ ਆਪਣੇ ਆਪ ਨੂੰ ਗੁਰੂ ਕਹਾਣਗੇ। ਲੈ ਬਿਰਮਾਏ ਆਪਨੀ ਠੌਰ, ਔਰ ਸੰਗਤ ਨੂੰ ਭੁਲੇਖਾ ਪਾਣਗੇ, ਆਪਣੇ ਵਾਲ ਖਿੱਚਣਗੇ, ਆਪਣੀ ਆਪਣੀ ਗੱਦੀ ਚਮਕਾਉਣਗੇ। ਬਿਨ ਗੁਰ ਸੰਗਤ ਹੈ ਥਿਰ ਕੋਏ ਨਾ, ਮਹਾਰਾਜ ਗੁਰੂ ਤੋਂ ਬਿਨਾ ਸੰਗਤ ਦਾ ਕੋਈ ਸਹਾਰਾ ਨਹੀਂ ਹੈ, ਕੋਈ ਵੀ ਟਿਕਾਣਾ ਨਹੀਂ ਹੈ। ਸੰਗਤ ਭਟਕ ਜਾਏਗੀ, ਰੁਲ ਜਾਏਗੀ ਸੰਗਤ। ਜਥਾ ਨ੍ਰਿਪਤ ਬਿਨ ਸੈਨਾ ਹੋਏ ਨਾ, ਜਿਵੇਂ ਰਾਜੇ ਤੋਂ ਬਿਨਾ ਫੌਜ ਵਿਚਲਿਤ ਹੋ ਜਾਂਦੀ ਹੈ। ਭੂਪ ਬਿਨਾ ਕਰੇ ਕੌਣ ਲੜਾਈ। ਜੇ ਕਿਸੇ ਫੌਜ ਦਾ ਆਗੂ ਹੀ ਨਾ ਹੋਵੇ ਕੋਈ ਤੇ ਉਹ ਫੌਜਾਂ ਆਪ ਮੁਹਾਰੀਆਂ ਹੋ ਜਾਂਦੀਆਂ ਹਨ। ਜਦੋਂ ਫੌਜਾਂ ਆਪ ਮੁਹਾਰੀਆਂ ਹੋ ਜਾਂਦੀਆਂ ਨੇ ਕਈਆਂ ਤਰ੍ਹਾਂ ਦਾ ਨੁਕਸਾਨ ਉਪਦਰਵ ਹੋ ਜਾਂਦਾ ਹੈ। ਸੋ ਮਹਾਰਾਜ ਜੀ ਤੁਹਾਡੇ ਤੋਂ ਬਿਨਾ ਗੁਰੂ ਨਾਨਕ ਦੀ ਸੰਗਤ ਸਾਰੀ ਆਪ ਮੁਹਾਰੀ ਹੋ ਜਾਏਗੀ। ਰਹਿ ਨਾ ਜਬ ਗਾਦੀ ਕੋ ਮਾਲਿਕ, ਜੇ ਗੁਰਤਾ ਗੱਦੀ ਦੇ ਮਾਲਕ ਹੀ ਨਾ ਕੋਈ ਹੋਏ। ਧਨ ਹਿਤ ਅਪਰ ਬਨਹਿ ਤਤਕਾਲਿਕ, ਪੈਸੇ ਦੇ ਲੋਭੀ ਲਾਲਚੀ ਗੁਰੂ ਬਹੁਤ ਬਣ ਜਾਣਗੇ। ਲੋਕਾਂ ਤੋਂ ਪੈਸਾ ਠੱਗਣ ਵਾਸਤੇ ਗੁਰੂ ਵਾਲਾ ਚੋਲਾ ਪਾ ਲੈਣਗੇ ਤੇ ਗੁਰੂ ਬਣ ਕੇ ਗੱਦੀਆਂ ਲਾ ਲਾ ਕੇ ਆਪਣੀ ਪੂਜਾ ਕਰਾਣਗੇ। ਸ਼ਕਤਹੀਨ ਜੇ ਹੋਏ ਗੁਰ ਔਰਾ, ਇਹ ਮਹਾਰਾਜ ਗੱਦੀ ਬੜੀ ਵੱਡੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਹੈ। ਜੇ ਇਹਦੇ ਤੇ ਕੋਈ ਸ਼ਕਤੀ ਤੋਂ ਹੀਣਾ ਗੁਰੂ ਬੈਠ ਗਿਆ, ਭਾਵ ਜਿਹਦੇ ਵਿੱਚ ਰੂਹਾਨੀਅਤ ਨਾ ਹੋਈ, ਆਤਮਿਕ ਕਲਾ ਨਾ ਹੋਈ, ਐਵੇਂ ਹੀ ਪਚੋਲਾ ਪਾ ਕੇ ਗੁਰੂ ਬਣ ਗਿਆ ਕੋਈ, ਆਪਸ ਵਿਖੈ ਪਾਏ ਬੜ ਰੌਰਾ, ਤੇ ਫਿਰ ਸੰਗਤਾਂ ਵਿੱਚ ਆਪਸ 'ਚ ਰੌਲਾ ਪਏਗਾ। ਕੋਈ ਕਿਸੇ ਗੁਰੂ ਨੂੰ ਮੰਨੇਗਾ, ਕੋਈ ਕਿਸੇ ਗੁਰੂ ਨੂੰ ਮੰਨੇਗਾ। ਏਦਾਂ ਗੁਰੂ ਪੰਥ ਦੇ ਵਿੱਚ ਆਪੋ ਧਾਪੀ ਪੈ ਜਾਏਗੀ। ਸਿਆਣੇ ਸਮਝ ਹੈ ਤਬ ਹਟ ਜਾਏ, ਜਿਹੜੇ ਸਿਆਣੇ ਹੋਣਗੇ ਉਹ ਸਮਝ ਜਾਣਗੇ, ਉਹ ਪਿੱਛੇ ਹਟ ਜਾਣਗੇ। ਜਿਹੜੇ ਮੂਰਖ ਹੋਣਗੇ ਉਹ ਦੇਹਧਾਰੀ ਗੁਰੂਆਂ ਦੇ ਮਗਰ ਮਗਰ ਵੱਖਰੇ ਵੱਖਰੇ ਟੋਲੇ ਬਣਾ ਕੇ ਆਪਸ 'ਚ ਲੜਿਆ ਕਰਨਗੇ। ਏਦਾਂ ਮਹਾਰਾਜ ਗੁਰੂ ਦੀ ਸੰਗਤ ਪਰੇਸ਼ਾਨ ਹੋ ਜਾਵੇਗੀ। ਆਪਣੇ ਆਪਣੇ ਜਥੇ, ਆਪਣੀਆਂ ਆਪਣੀਆਂ ਸੰਪਰਦਾਵਾਂ, ਆਪਣੇ ਆਪਣੇ ਧੜੇ ਬਣਾ ਕੇ
ਇਹ ਬੇਦੀ ਸੋਢੀ ਗੁਰੂ ਬਣ ਕੇ ਆਪਣੇ ਲੋਕਾਂ ਨੂੰ, ਗੁਰੂ ਦੀਆਂ ਸੰਗਤਾਂ ਨੂੰ ਪਰੇਸ਼ਾਨ ਕਰਨ ਲੱਗ ਜਾਣਗੇ। ਏਮ ਗੁਰ ਸਿੱਖੀ ਜਗਹ ਭਿਲਾਏ। ਇਸ ਤਰ੍ਹਾਂ ਜਗਤ ਵਿੱਚੋਂ ਗੁਰੂ ਕੀ ਸਿੱਖੀ ਅਲੋਪ ਹੋ ਜਾਏਗੀ। ਗੁਰੂ ਨਾਨਕ ਦਾ ਮਤ ਜਿਹੜਾ ਚੱਲਿਆ ਹੈ, ਮਹਾਰਾਜ ਪਰਮੇਸ਼ਰ ਨੇ ਚਲਾਇਆ, ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਰਸਤਾ ਦੱਸਿਆ, ਉਹ ਫਿਰ ਦੁਨੀਆ ਤੋਂ ਅਲੋਪ ਹੋ ਜਾਏਗਾ ਤੇ ਝੂਠ ਦਾ ਬੋਲਬਾਲਾ ਹੋ ਜਾਏਗਾ। ਸ੍ਰੀ ਨਾਨਕ ਤੇ ਆਦਿਕ ਭਏ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਂਪੁਰਸ਼ ਬਹੁਤ ਕਰਨੀਆਂ ਵਾਲੇ ਪੂਰਨ ਪਰਮੇਸ਼ਰ ਦਾ ਹੀ ਰੂਪ 7 ਪਾਤਸ਼ਾਹ ਪਹਿਲਾਂ ਹੋਏ ਨੇ, 8ਵੇਂ ਆਪ ਜੀ ਹੋ। ਜਗ ਮਹਿ ਸਿੱਖੀ ਕੋ ਦਿੜ ਕੀਏ। ਸਾਰੇ ਗੁਰੂ ਸਾਹਿਬਾਨਾਂ ਨੇ ਜਗਤ ਵਿੱਚ ਸਿੱਖੀ ਦਾ ਬੂਟਾ ਪੱਕਾ ਕੀਤਾ, ਜੜ੍ਹਾਂ ਪੱਕੀਆਂ ਕੀਤੀਆਂ। 12 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲਾਏ ਹੋਏ ਬੂਟੇ ਨੂੰ ਸਿੰਜਿਆ ਹੈ। 22 ਸਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਘਾਲਣਾ ਘਾਲੀ ਕੁਰਤਾ ਗੱਦੀ ਤੇ ਬੈਠ ਕੇ, 7 ਸਾਲ ਗੁਰੂ ਰਾਮਦਾਸ ਜੀ ਨੇ, 25 ਸਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਔਰ ਲਗਭਗ 38 ਸਾਲ ਸ੍ਰੀ 6ਵੇਂ ਪਾਤਸ਼ਾਹ ਜੀ ਮਹਾਰਾਜ ਗੱਦੀ ਤੇ ਰਹਿ ਕੇ ਪ੍ਰਚਾਰ ਕਰ ਗਏ ਹਨ। ਤੇ 17 ਸਾਲ ਆਪ ਜੀ ਦੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਹੁਣ ਮਹਾਰਾਜ ਆਪ ਜੀ ਤੋਂ ਬਾਅਦ ਕੀ ਬਣੇਗਾ, ਇਹ ਸਾਰੀਆਂ ਸੰਗਤਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਸੋ ਨਹਿ ਬਿਨ ਸਹਿ ਜਿਮ ਜਗ ਮਾਹੀ। ਮਹਾਰਾਜ ਇਹ ਸਿੱਖੀ ਮੁਰਝਾ ਨਾ ਜਾਵੇ, ਸਿੱਖੀ ਖਿੰਡ ਪੁੰਡ ਨਾ ਜਾਵੇ, ਸਿੱਖੀ ਖਤਮ ਨਾ ਹੋ ਜਾਵੇ ਜਗਤ ਵਿੱਚ। ਉਚਿਤ ਕਰਨ ਕੇ ਹੋ ਵਿਦ ਤਾਹੀ। ਆਪ ਜੀ ਕੋਈ ਐਸੀ ਵਿਧ ਬਣਾਓ, ਐਸੀ ਕੋਈ ਜੁਗਤੀ ਬਣਾਓ। ਸਾਧ ਸੰਗਤ ਜੀ ਦੇਖੋ, ਪੁਰਾਤਨ ਸਿੱਖਾਂ ਨੂੰ ਕਿੰਨਾ ਇਸ ਗੱਲ ਦਾ ਵੀ ਫਿਕਰ ਹੁੰਦਾ ਸੀ ਵੀ ਪੰਥ ਖਤਮ ਨਾ ਹੋਵੇ। ਤੇ ਅੱਜ ਕੱਲ ਸਾਨੂੰ ਆਪਣੀਆਂ ਸਵਾਰਥੀ ਸੋਚਾਂ ਐਸੀਆਂ ਹਨ ਵੀ ਅਸੀਂ ਪੰਥ ਬਾਰੇ, ਗੁਰੂ ਗ੍ਰੰਥ ਬਾਰੇ, ਗੁਰੂ ਦੀਆਂ ਸੰਪਰਦਾਵਾਂ ਬਾਰੇ, ਗੁਰੂ ਦੇ ਤਖਤਾਂ ਬਾਰੇ, ਗੁਰੂ ਘਰ ਦੀਆਂ ਪਰੰਪਰਾ ਬਾਰੇ ਕੋਈ ਫਿਕਰ ਹੀ ਨਹੀਂ ਕਰਦੇ। ਸਭ ਆਪੋ ਆਪਣੀ ਡਫਲੀ ਵਜਾਈ ਜਾਂਦੇ ਆ। ਪਰ ਇਹ ਜ਼ਰੂਰੀ ਹੈ ਵੀ ਆਉਣ ਵਾਲੀ ਜਨਰੇਸ਼ਨ ਗੁਰੂ ਨਾਨਕ ਦੀ ਸਿੱਖੀ ਨੂੰ ਸੰਭਾਲੀ ਰੱਖੇ। ਇਹਦੇ ਲਈ ਸੋਚਣਾ ਜ਼ਰੂਰੀ ਹੁੰਦਾ। ਉਸ ਵੇਲੇ ਦੇ ਸਿੱਖ ਬੜੇ ਸੁਹਿਰਦ ਤੇ ਬੜੇ ਸਮਝਦਾਰ ਸਨ। ਸਾਰੇ ਸਿੱਖਾਂ ਨੇ 8ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਿੱਖੀ ਨਾ ਲੋਪ ਹੋ ਜਾਵੇ, ਤੁਸੀਂ ਕੋਈ ਆਗੂ ਚੰਗਾ ਪੰਥ ਦਾ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਸਾਨੂੰ ਸੌਂਪੋ, ਉਹਦੇ ਲੜ ਸਾਨੂੰ ਲਾਓ। ਨਾਹੇ ਤਾਂ ਢੋਲ ਜਾਏਗੀ ਸੰਗਤ। ਜੇ ਮਹਾਰਾਜ ਆਪ ਜੀ ਨੇ ਗੱਦੀ ਕਿਸੇ ਮਹਾਂਪੁਰਸ਼ ਨੂੰ ਨਾ ਦਿੱਤੀ ਤਾਂ ਇਹ ਸੰਗਤ ਡੋਲ ਜਾਏਗੀ, ਸੰਗਤ ਭਟਕ ਜਾਏਗੀ। ਬੈਠਣ ਲਗਹਿ ਅਪਰ ਕੀ ਪੰਗਤ। ਇਹ ਫਿਰ ਗੁਰੂ ਦੇ ਮਤ ਨੂੰ ਛੱਡ ਕੇ ਹੋਰ ਲੋਕਾਂ ਦੇ ਧਰਮ ਦੇ ਮਗਰ ਬੈਠਣਗੇ, ਕਿਉਂਕਿ ਦੁਨੀਆ ਨੂੰ ਤਾਂ ਸ਼ਾਂਤੀ, ਪ੍ਰੇਮ, ਭਗਤੀ ਚਾਹੀਦੀ ਹੈ ਨਾ, ਕੋਈ ਨਾ ਕੋਈ ਸਹਾਰਾ ਚਾਹੀਦਾ ਹੈ। ਤੇ ਇਹ ਲੋਕ ਫਿਰ ਜਿੱਥੋਂ ਸਹਾਰਾ ਮਿਲਦਾ ਉਧਰ ਨੂੰ ਭੱਜਦੇ ਹਨ। ਤੇ ਗੁਰੂ ਨਾਨਕ ਦਾ ਰਾਹ ਛੱਡ ਕੇ, ਮਹਾਨ ਵੱਡਾ ਜਹਾਜ਼ ਵਾਹਿਗੁਰੂ ਨਾਮ ਜਹਾਜ਼ ਛੱਡ ਕੇ ਛੋਟੀਆਂ ਛੋਟੀਆਂ ਕਿਸ਼ਤੀਆਂ ਤੇ ਬਹਿਣਗੇ, ਸੰਸਾਰ ਸਮੁੰਦਰ 'ਚ ਗੋਤੇ ਖਾਈ ਜਾਣਗੇ, ਭਟਕੀ ਜਾਣਗੇ। ਆਪ ਜੀ ਕਿਰਪਾ ਕਰੋ, ਇਸ ਪੰਥ ਦਾ ਕੋਈ ਵਾਲੀ ਵਾਰਸ ਬਣਾਓ। ਜੋ ਗੁਰ ਗ੍ਰੰਥ ਆਪ ਨੇ ਭਨਿਓ। ਜੋ ਆਪ ਜੀ ਨੇ ਕਿਹਾ ਹੈ ਵੀ ਸਾਰਿਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਉਹ ਅਸੀਂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਤੇ ਸਾਰੀ ਦੁਨੀਆ ਦਾ ਗੁਰੂ ਹੈ, ਉਹ ਤੇ ਗੁਰੂਆਂ ਦਾ ਵੀ ਗੁਰੂ ਹੈ। ਸੋ ਸਗਰੇ ਸਿੱਖਨ ਹੂੰ ਸੁਨਿਓ। ਸਾਰੀ ਸੰਗਤ ਨੂੰ ਆਪ ਜੀ ਨੇ ਦੱਸਿਆ ਹੈ ਤੇ ਸਾਰਾ ਪੰਥ ਇਸ ਗੱਲ ਨੂੰ ਮੰਨਦਾ ਹੈ ਵੀ ਗੁਰਬਾਣੀ ਜਿਹੜੀ ਹੈ ਗੁਰੂ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਗੁਰੂ ਨਾਨਕ ਸਾਹਿਬ ਤੋਂ ਹੀ ਬਾਣੀ ਗੁਰੂ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਲਿਖ ਲੈ ਹੈ ਅਬ ਸੋਢੀ ਸਾਰੇ। ਪਰ ਇਹਦੇ ਵਿੱਚ ਇੱਕ ਦਿੱਕਤ ਆਵੇਗੀ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ, ਜਿਲਦਾਂ ਬਹੁਤ ਸਾਰੇ ਸੋਢੀਆਂ ਨੇ ਬਣਾ ਲੈਣੀਆਂ ਨੇ। ਆਪਣੇ ਆਪਣੇ ਡੇਰੇ 'ਚ ਗੁਰੂ ਗ੍ਰੰਥ ਸਾਹਿਬ ਰੱਖ ਕੇ ਕਹਿਣਗੇ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਵੀ ਇਹਨਾਂ ਸੋਢੀਆਂ ਨੇ ਆਪਣੀਆਂ ਦੁਕਾਨਾਂ ਬੰਦ ਨਹੀਂ ਕਰਨੀਆਂ। ਬੈਠੇ ਮਾਨੀ ਗੁਰ ਹੋਏ ਭਾਰੇ। ਇਹ ਹੰਕਾਰੀ ਗੁਰੂ ਬਣ ਕੇ ਬਹਿ ਜਾਣਗੇ, ਮਾਨੀ ਗੁਰੂ ਬਣ ਕੇ ਬਹਿ ਜਾਣਗੇ। ਜਾਂ ਤੇ ਸੰਗਤ ਕਿਸ ਲੜ ਲਾਵੋ। ਇਸ ਕਰਕੇ ਹੇ ਸੱਚੇ ਪਾਤਸ਼ਾਹ ਜੀ, ਇਹ ਕਿਰਪਾ ਕਰੋ, ਸਾਨੂੰ ਕਿਸੇ ਦੇ ਲੜ ਲਾਓ,
ਕਿਸੇ ਮਹਾਂਪੁਰਸ਼ ਦੇ ਲੜ ਲਾਓ, ਜਿਹੜਾ ਪੂਰਨ ਜਾਗਦੀ ਜੋਤ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹੋਵੇ। ਗੁਰਤਾ ਉਚਿਤ ਜਾਹੇ ਲਖ ਪਾਵਹੁ। ਜਿਸ ਨੂੰ ਆਪ ਗੁਰਤਾ ਗੱਦੀ ਦੇ ਯੋਗ ਸਮਝਦੇ ਹੋ, ਉਸ ਨੂੰ ਗੁਰਤਾ ਗੱਦੀ ਦਿਓ। ਗੁਰੂ ਗ੍ਰੰਥ ਸਾਹਿਬ ਉੱਤੇ ਤਾਂ ਸਾਡਾ ਨਿਸ਼ਚਾ ਸਾਰਿਆਂ ਦਾ ਹੀ ਹੈ। ਉਹ ਤਾਂ ਗੁਰੂ ਨਾਨਕ ਦੀ ਜਿੰਨੀ ਬਾਣੀ ਹੈ ਸਾਡੇ ਲਈ ਗੁਰੂ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਪਰ ਉਹਦੇ ਵਿੱਚ ਇਹਨਾਂ ਦੇਹਧਾਰੀ ਗੁਰੂਆਂ ਦਾ ਬਹੁਤ ਵੱਡਾ ਰਸਤਾ ਸਾਫ਼ ਹੋ ਜਾਣਾ। ਉਹਨੂੰ ਇਹਨਾਂ ਨੇ ਆਪਣੇ ਆਪਣੇ ਡੇਰੇ 'ਚ ਪ੍ਰਕਾਸ਼ ਕਰਕੇ ਤੇ ਕਹਿਣਗੇ ਅਸੀਂ ਗੁਰੂ ਹਾਂ, ਸਾਡੀ ਪੂਜਾ ਕਰੋ। ਇਦਾਂ ਵੀ ਮਹਾਰਾਜ ਪੰਥ ਜਿਹੜਾ ਹੈ ਖੰਡਿਤ ਹੋ ਜਾਏਗਾ। ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਨਾਲ ਪੰਜਾਂ ਪਿਆਰਿਆਂ ਨੂੰ ਵੀ ਦਿੱਤੀ ਹੈ। ਪਰ ਅਫਸੋਸ ਹੈ ਵੀ ਪਿਛਲੇ 100 ਸਾਲ ਤੋਂ ਪੰਜਾਂ ਪਿਆਰਿਆਂ ਵਾਲਾ ਪ੍ਰਚਾਰ ਘਟਾ ਦਿੱਤਾ ਗਿਆ ਤੇ ਇਕੱਲਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਅਸੀਂ ਪ੍ਰਚਾਰ ਕਰ ਰਹੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਅੱਜ ਉਹੀ ਕੰਮ ਹੋ ਰਿਹਾ ਵੀ ਸਾਰਿਆਂ ਨੇ ਆਪਣੇ ਆਪਣੇ ਡੇਰਿਆਂ 'ਚ ਪ੍ਰਕਾਸ਼ ਕਰਕੇ ਆਪਣੀ ਆਪਣੀ ਫਿਰ ਦੁਕਾਨ ਚਲਾ ਲਈ ਹੈ। ਜਿਹੜਾ ਪੰਥ ਹੈ ਨਾ, ਪੰਥ ਨੂੰ ਗੁਰਤਾ ਗੱਦੀ ਮਾਰੇ। ਗੁਰੂ ਖਾਲਸਾ ਖਾਲਸਾ ਗੁਰੂ ਅਬ ਤੇ ਹੋਏ ਐਸੀ ਬਿਦ ਸ਼ੁਰੂ। ਤੇ ਉਹ ਵੀ ਇਹ ਨਹੀਂ ਵੀ ਇੱਥੋਂ ਪੰਜ ਪਿਆਰੇ ਇਕੱਠੇ ਕਰ ਲਏ, ਕੋਈ ਇੱਥੋਂ ਫੜ ਲਏ, ਕੋਈ ਇੱਥੋਂ ਕਰ ਲਏ। ਇਦਾਂ ਵੀ ਨਹੀਂ। ਇਹ ਵੀ ਮਰਿਆਦਾ ਸਿੰਘ ਸਭਾ ਲਹਿਰ ਵੇਲੇ ਇਹਨਾਂ ਨੇ ਚਲਾ ਦਿੱਤੀ ਵੀ ਪੰਜ ਪਿਆਰੇ ਵੀ ਜਿਹੜੇ ਨਾ ਸੰਗਤ ਵਿੱਚੋਂ ਇਕੱਠੇ ਕਰ ਲੈਂਦੇ ਆ। ਤੇ ਪਹਿਲਾਂ ਪੁਰਾਤਨ ਇਹ ਮਰਿਆਦਾ ਸੀ ਵੀ ਪੰਜ ਪਿਆਰੇ ਜਿਹੜੇ ਅੰਮ੍ਰਿਤ ਛਕਾਉਂਦੇ ਸੀ, ਉਹ ਪਹਿਲਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਪੂਰੀ ਰਹਿਤ ਬਹਿਤ ਦੀ ਜੀਵਨ ਜਾਚ ਦੀ ਲੈਂਦੇ ਸੀਗੇ, ਉਹਨਾਂ ਨਾਲ ਰਹਿੰਦੇ ਸੀਗੇ। ਫਿਰ ਅਗਲੀ ਪੀੜ੍ਹੀ ਉਹਨਾਂ ਨੂੰ ਜਥੇਦਾਰ ਬਣਾਇਆ ਜਾਂਦਾ ਸੀ ਤਖਤਾਂ ਦਾ। ਜਿਵੇਂ ਬਾਬਾ ਨੈਣਾ ਸਿੰਘ ਜੀ, ਨਿਹੰਗ ਸਿੰਘ ਅਕਾਲੀ ਜੀ ਨੇ ਕਈ ਸਾਲ ਬਾਬਾ ਫੂਲਾ ਸਿੰਘ ਜੀ ਨੂੰ ਲਗਭਗ 40 ਸਾਲ ਆਪਣੀ ਗੋਦ 'ਚ ਰੱਖਿਆ। 40-45 ਸਾਲ ਫੂਲਾ ਸਿੰਘ ਦੀ ਉੱਤੇ ਨਿਗਾਹ ਰੱਖੀ, ਉਹਨੂੰ ਪੂਰਨ ਰਹਿਣੀ ਬਹਿਣੀ ਦਾ ਤਿਆਰ ਬਰ ਤਿਆਰ ਘੜ ਕੇ ਤੇ ਫੇਰ ਅੱਗੇ ਜਥੇਦਾਰ ਬਣਾਇਆ ਅਕਾਲ ਤਖਤ ਸਾਹਿਬ ਦਾ। ਇਸੇ ਤਰ੍ਹਾਂ ਹਜੂਰ ਸਾਹਿਬ ਮਰਜ਼ਾਦਾ ਸੀ ਵੀ ਜਿਹੜਾ ਜਥੇਦਾਰ ਬਣਦਾ ਸੀ ਪਹਿਲਾਂ ਕਈ ਸਾਲ ਉਹ ਉੱਥੇ ਬਚਪਨ ਤੋਂ ਹੀ, ਜਦੋਂ ਉਹਨੇ ਅੱਖ ਖੋਲਣੀ ਹੈ, ਹੋਸ਼ ਸੰਭਾਲਣੀ ਹੈ, 5-4 ਸਾਲ ਦਾ ਬੱਚਾ, ਉਦੋਂ ਤੋਂ ਉਹਨੂੰ ਸਿੱਖਿਆ ਦੇਣੀ ਹੈ ਮਰਿਆਦਾ ਦੀ, ਰਹਿਤ ਦੀ, ਸਿੱਖੀ ਦੀ, ਪੰਥ ਦੀ ਸਾਰੀ ਪਰੰਪਰਾ ਸਮਝਾਉਣੀ ਹੈ। ਆਹ ਰਹਿਤ ਹੈ, ਇਹ ਕੁਰਹਿਤ ਹੈ, ਇਹ ਮਰਜ਼ਾਦਾ ਹੈ, ਇਹ ਬੇਮਰਜ਼ਾਦਾ, ਸਾਰੀਆਂ ਗੱਲਾਂ ਦ੍ਰਿੜ ਹੋ ਜਾਣੀਆਂ। ਉਹ ਫਿਰ ਉਹਦੇ ਵਿੱਚੋਂ ਢਲਿਆ ਹੋਇਆ ਸੰਚੇ ਦੇ ਵਿੱਚ ਬਣਿਆ ਹੋਇਆ ਜਥੇਦਾਰ ਫਿਰ ਪੰਜ ਪਿਆਰੇ ਉੱਥੇ ਸੇਵਾ ਕਰਕੇ ਅੰਮ੍ਰਿਤ ਛਕਾਉਂਦੇ ਸੀਗੇ। ਇਹ ਹੁਣ ਆਪਾਂ ਕੀ ਹੋ ਗਿਆ ਵੀ ਕੋਈ ਕਿਤੋਂ ਪੰਜ ਪਿਆਰੇ ਲੈ ਲਏ, ਕਿਤੋਂ ਲੈ ਲਏ, ਉਹਨਾਂ ਨੇ ਮਰਿਆਦਾ ਵੀ ਆਪਣੀ ਆਪਣੀ ਬਣਾ ਲਈ। ਅੱਜ ਜਿੰਨੇ ਸਾਡੇ ਡੇਰੇ ਨੇ ਉਨੀਆਂ ਹੀ ਸਾਡੀਆਂ ਮਰਿਆਦਾ ਬਣ ਗਈਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਵੀ ਅਸੀਂ ਪੂਰੇ ਲੈ ਰਹੇ ਹਾਂ, ਪਰ ਆਪਸ 'ਚ ਅਸੀਂ ਇੱਕ ਦੂਜੀ ਨੂੰ ਫਤਿਹ ਬੁਲਾ ਕੇ ਰਾਜੀ ਨਹੀਂ, ਮੱਥੇ ਤੇ ਤਿਉੜੀਆਂ ਪਾ ਲਈਆਂ। ਤੋ ਗੁਰੂ 8ਵੇਂ ਪਾਤਸ਼ਾਹ ਦੇ ਸਮੇਂ ਵੀ ਇਹ ਗੱਲ ਉੱਠੀ ਸੀ। ਸਿੱਖ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਗੁਰੂ ਹੈ, ਉਹਦੇ ਤੇ ਕੋਈ ਸ਼ੰਕਾ ਨਹੀਂ, ਪਰ ਮਹਾਰਾਜ ਇਹ ਜਿਹੜੇ ਲੋਕ ਸ਼ੰਕਾਵਾਦੀ ਪਾਉਣ ਵਾਲੇ ਆ ਨਾ ਸ਼ੰਕੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਰੱਖ ਛੱਡਣਾ ਤੇ ਆਪਣੀ ਮੱਤ ਲੋਕਾਂ 'ਚ ਪਾਣੀ ਹੈ। ਇਸ ਕਰਕੇ ਆਪ ਜੀ ਕੋਈ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਇਸ ਗੱਦੀ ਤੇ ਬਿਠਾਓ ਜਿਹੜਾ ਸਾਰੇ ਗੁਰੂ ਨਾਨਕ ਦੇ ਪੰਥ ਨੂੰ ਇਕੱਠਾ ਰੱਖ ਸਕੇ। ਪੁਰ ਕੀ ਸੰਗਤ ਮਿਲ ਸਮੁਦਾਈ। ਸੋ ਸਾਰੇ ਸ਼ਹਿਰਾਂ ਦੀਆਂ ਸੰਗਤਾਂ, ਦਿੱਲੀ ਦੀ ਸੰਗਤ ਸਾਰੀ ਇਕੱਠੀ ਹੋਈ ਹੈ। ਐਵੇਂ ਅਰਦਾਸ ਕਰਤੇ ਅਗਵਾਈ। ਔਰ ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਸੁਣ ਕਰ ਸ੍ਰੀ ਹਰਿ ਕ੍ਰਿਸ਼ਨ ਕਿਰਪਾਲਾ। ਇਹ ਸੁਣ ਕੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਨੇ ਜਥਾ ਜੋਗ ਜਾਨੀ ਤਿਸ ਕਾਲਾ। ਇਹਦੇ ਗੱਲ ਤੇ ਵਿਚਾਰ ਕੀਤੀ ਵੀ ਸੰਗਤ ਜੋ ਕਹਿ ਰਹੀ ਹੈ ਠੀਕ ਕਹਿ ਰਹੀ ਹੈ, ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਸਾਰਿਆਂ ਨੇ ਆਪਣੇ ਆਪਣੇ ਡੇਰਿਆਂ 'ਚ ਲਿਖ ਕੇ ਰੱਖ ਲੈਣਾ ਤੇ ਫਿਰ ਇਹਨਾਂ ਨੇ ਸਾਰਿਆਂ ਨੇ ਸੰਗਤ ਨੂੰ ਭੁਲੇਖਾ ਪਾਉਣਾ। ਧੀਰ ਮੱਲੀਆਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਹੈ, ਮੀਣਿਆਂ ਕੋਲ ਵੀ ਹੋਵੇਗਾ, ਤੇ ਇਸੇ ਤਰ੍ਹਾਂ ਸਾਰਿਆਂ ਨੇ ਆਪਣਾ ਆਪਣਾ ਗ੍ਰੰਥ ਬਣਾ ਕੇ ਤੇ ਰਾਮ ਰਾਏ ਨੇ ਆਪਣੇ ਡੇਰਾ, ਏਦਾਂ ਹੋਰ ਸੋਢੀਆਂ ਨੇ, ਬੇਦੀਆਂ ਨੇ, ਗੁਰੂ ਬਣ ਜਾਣਾ ਹੈ। ਗੁਰੂ ਹੋਏ ਸੋ ਛਪੈ ਨਾ ਕੈਸੇ। ਜਿਹੜਾ ਗੁਰੂ ਪੂਰਨ ਗੁਰੂ ਹੋਵੇਗਾ ਉਹ ਕਿਸੇ ਤਰ੍ਹਾਂ ਛਪ ਨਹੀਂ ਸਕਦਾ, ਉਹਨੇ ਤੇ ਪ੍ਰਗਟ ਹੋਣਾ ਹੀ ਹੋਣਾ ਹੈ। ਵਿਦਤ ਹੈ ਗਗਨ ਚੜੇ ਰਵ ਜੈਸੇ। ਜਿਵੇਂ ਅਸਮਾਨ ਵਿੱਚ ਚੜਿਆ ਹੋਇਆ ਸੂਰਜ ਛੁਪਦਾ ਨਹੀਂ ਹੈ। ਤਉ ਰੀਤ ਪੂਰਬ ਗੁਰ ਕੇਰੀ। ਫਿਰ ਵੀ ਆਪਾਂ ਪਹਿਲੇ ਜੋ ਰੀਤ ਹੈ ਗੁਰੂਆਂ ਦੀ ਚੱਲੀ
ਆਈ ਹੈ ਉਹ ਰਸਮ ਪੂਰੀ ਕਰ ਦਈਏ। हमको करे चाहे इस बेरी। ਮਹਾਰਾਜ ਆਪਣੇ ਮਨ ਵਿੱਚ ਸੋਚਦੇ ਆ ਵੀ ਸਾਨੂੰ ਇਹ ਰਸਮ ਹੁਣ ਪੂਰੀ ਕਰਨੀ ਚਾਹੀਦੀ ਹੈ। एम विचार कर निर्णय लहयो। ਇਸ ਤਰ੍ਹਾਂ ਵਿਚਾਰ ਕਰਕੇ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਬੇਨਤੀ ਦੇ ਉੱਤੇ ਵਿਚਾਰ ਕੀਤੀ ਤੇ ਨਿਰਣਾ ਲਿਆ। बोले जथा जोग तुम कहियो। ਕਹਿਣ ਲੱਗੇ ਭਾਈ ਸਿੱਖੋ ਤੁਸੀਂ ਜੋ ਅਰਦਾਸ ਕੀਤੀ ਹੈ ਠੀਕ ਕੀਤੀ ਹੈ। पैसे पंच नलेर मंगावो। ਚਲੋ ਏਦਾਂ ਕਰੋ ਹੁਣ 5 ਪੈਸੇ ਤੇ ਨਾਰੀਅਲ ਮੰਗਾਓ ਫਿਰ। सब संगत को निकट बिठावो। ਔਰ ਸਾਰੀ ਸੰਗਤ ਸਾਡੇ ਕੋਲ ਇਕੱਠੀ ਕਰ ਲਵੋ। भारी गुर बिदत है जग माही। ਬੜਾ ਮਹਾਪੁਰਸ਼ ਬਹੁਤ ਕਰਨੀ ਵਾਲਾ ਕੋਈ ਤਤ ਵੇਤਾ ਬ੍ਰਹਮ ਗਿਆਨੀ ਮਹਾਪੁਰਸ਼ ਪ੍ਰਗਟ ਹੋਵੇਗਾ। जिस ते दम भी गुर दुर जाही। ਐਸੇ ਭਾਰੀ ਸਤਿਗੁਰੂ ਪ੍ਰਗਟ ਹੋਣਗੇ ਇਸ ਗੱਦੀ ਨੂੰ ਸਾਂਭਣ ਵਾਲੇ। ਉਹਨਾਂ ਦੇ ਸਾਹਮਣੇ ਪਖੰਡੀਆਂ ਦਾ ਨਾਮੋ ਨਿਸ਼ਾਨ ਉੱਡ ਜਾਏਗਾ ਜਿਵੇਂ ਸੂਰਜ ਦੇ ਸਾਹਮਣੇ ਤਾਰੇ ਛਿਪ ਜਾਂਦੇ ਹਨ। सिख हजारों लाखों कोट। ਲੱਖਾਂ ਕਰੋੜਾਂ ਸਿੱਖਾਂ ਦਾ ਸਹਾਰਾ ਬਣਨਗੇ। उधरहेंगे जिस की ले ओट। ਜਿਨ੍ਹਾਂ ਮਹਾਂਪੁਰਸ਼ਾਂ ਦੀ ਓਟ ਲੈ ਕੇ ਲੱਖਾਂ ਕਰੋੜਾਂ ਦਾ ਬੇੜਾ ਭਵ ਸਾਗਰ ਤੋਂ ਪਾਰ ਉਤਰ ਜਾਏਗਾ। ਧਰਹ ਧਰਾ ਸਮ ਧੀਰਜ ਭਾਰੀ। ਔਰ ਬੜੇ ਮਹਾਂਪੁਰਸ਼ ਹੋਣਗੇ ਧੀਰਜ ਦੇ ਧਾਰਣੀ ਧਰਤੀ ਵਰਗੀ ਧੀਰਜ ਹੋਵੇਗੀ। ਬ੍ਰਹਮ ਗਿਆਨੀ ਕਾ ਧੀਰਜ ਏਕ ਜਿਉ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਮਹਾਂਪੁਰਸ਼ ਪੂਰਨ ਕਰਨੀਆਂ ਵਾਲੇ ਹੋਣਗੇ। ਸਾਸ ਸੂਰਜ ਸਮ ਪਰ ਉਪਕਾਰੀ। ਉਹ ਪਰਉਪਕਾਰੀ ਮਹਾਂਪੁਰਸ਼ ਹੋਣਗੇ ਜਿਵੇਂ ਸੂਰਜ ਸਾਰੀ ਦੁਨੀਆ ਤੇ ਉਪਕਾਰ ਕਰਦਾ ਜਿਵੇਂ ਚੰਦਰਮਾ ਸਭ ਤੇ ਭਲਾ ਉਪਕਾਰ ਕਰਦਾ। ਸਿੱਖੀ ਦਿੜ ਐਸੀ ਜਗ ਕਰੈ। ਐਸੀ ਗੁਰੂ ਦੀ ਸਿੱਖੀ ਦ੍ਰਿੜ ਕਰਾਣਗੇ ਸਾਰੀ ਦੁਨੀਆ ਨੂੰ ਸਿੱਖੀ ਦੇ ਰਾਹ ਤੇ ਤੋਰਨਗੇ। ਜੇ ਬੇਮੁਖ ਸਭ ਪੈਰੀ ਪਰੈ। ਜਿੰਨੇ ਗੁਰੂ ਘਰ ਤੋਂ ਬੇਮੁਖ ਵੀ ਹਨ ਉਹ ਵੀ ਆ ਕੇ ਪੈਰੀ ਪੈ ਜਾਣਗੇ। ਕੋਈ ਉਹਨਾਂ ਦੇ ਸਾਹਮਣੇ ਅੜੇਗਾ ਨਹੀਂ। ਮਹਾ ਪ੍ਰਤਾਪ ਸਭਨ ਪਰ ਛਾਵੈ। ਉਹਨਾਂ ਦਾ ਬਹੁਤ ਵੱਡਾ ਪ੍ਰਤਾਪ ਹੋਵੇਗਾ ਜਿਵੇਂ ਮਹਾਰਾਜ ਵੱਡਿਆਂ ਗੁਰੂ ਸਾਹਿਬਾਂ ਦਾ ਪੰਜਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਦੇ ਸਮੇਂ ਸਿੱਖੀ ਦਾ ਬੋਲਬਾਲਾ ਹੋਇਆ ਉਦਾਂ ਦਾ ਹੀ ਬੋਲਬਾਲਾ ਹੁਣ ਫਿਰ ਹੋਵੇਗਾ। ਕੁਛ ਤੇ ਕੁਛ ਕਰਕੇ ਦਿਖਰਾਵੈ। ਔਰ ਬੜੇ ਪੂਰਨ ਪੁਰਸ਼ ਹੋਣਗੇ ਇਹੋ ਜੀ ਕ੍ਰਾਂਤੀ ਲਿਆਉਣਗੇ ਕੁਛ ਦਾ ਕੁਛ ਕਰ ਦੇਣਗੇ। ਸੁਨ ਸ੍ਰੀ ਮੁਖ ਤੇ ਬਚਨ ਸੁਹਾਏ। ਜਦੋਂ ਇਹ ਬਚਨ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਕੀਤੇ ਸੰਗਤਾਂ ਨੂੰ ਆਸ਼ਵਾਸਨ ਦਿੱਤਾ। ਸੁਨਤ ਜੇ ਸਗਰੇ ਸੀਸ ਨਿਵਾਏ। ਸਾਰਿਆਂ ਨੇ ਹੱਥ ਜੋੜ ਕੇ ਚਰਨਾਂ 'ਚ ਸੀਸ ਨਵਾਇਆ। ਸ਼ੁਕਰ ਹੈ ਗੁਰੂ ਸਾਹਿਬ ਸਾਨੂੰ ਕਿਸੇ ਮਹਾਂਪੁਰਸ਼ ਦੇ ਲੜ ਲਾ ਕੇ ਜਾਣਗੇ। ਧਾਏ ਗਇਓ ਆਨਿਓ ਤਤਕਾਲਾ। ਉਸੇ ਵੇਲੇ ਸੇਵਾਦਾਰ ਦੌੜ ਕੇ ਗਏ ਤੇ 5 ਪੈਸੇ ਤੇ ਨਾਰੀਅਲ ਲੈ ਆਏ। ਪੈਸੇ ਪੰਚ ਨਰੇਲ ਬਿਸਾਲਾ। ਨਾਰੀਅਲ ਸਾਧ ਸੰਗਤ ਜੀ ਕਿਉਂ ਲਿਆਂਦਾ? ਕਿਉਂਕਿ ਨਾਰੀਅਲ ਸਾਰੇ ਫਲਾਂ ਵਿੱਚੋਂ ਸ਼੍ਰੋਮਣੀ ਹੁੰਦਾ, ਇਹਨੂੰ ਸ੍ਰੀ ਫਲ ਕਹਿੰਦੇ ਆ। ਜਿੰਨੇ ਵੀ ਫਲ ਨੇ ਨਾ ਉਹ ਇਹਦੇ ਸਾਹਮਣੇ ਝੂਠੇ ਮੰਨੇ ਜਾਂਦੇ ਆ, ਨਾਰੀਅਲ ਸੁੱਚਾ ਮੰਨਿਆ ਜਾਂਦਾ। ਇਹਦੇ ਵਿੱਚੋਂ ਜਿਹੜਾ ਜਲ ਨਿਕਲਦਾ ਉਹ ਨਿਰਮਲ ਤੇ ਪਵਿੱਤਰ ਹੁੰਦਾ ਹੈ, ਬਾਹਰੋਂ ਇਹ ਢੱਕਿਆ ਹੁੰਦਾ। ਤੇ ਇਹ ਵੀ ਦੱਸਦੇ ਆ ਵੀ ਜਿਵੇਂ ਸਭ ਤੋਂ ਮਹਿੰਗਾ ਸ੍ਰੇਸ਼ਟ ਫਲ ਨਾਰੀਅਲ ਹੈ, ਸਭ ਤੋਂ ਸਸਤਾ ਜਿਹਾ ਫਲ ਬੇਰ ਹੈ। ਬੇਰ ਦੇ ਵਿੱਚ ਕੀ ਕਮੀ ਹੈ? ਬੇਰ ਬਾਹਰੋਂ ਨਰਮ ਹੈ ਤੇ ਅੰਦਰੋਂ ਸਖਤ ਹੈ, ਉਹਦੀ ਗਿਟਕ ਬੜੀ ਸਖਤ ਹੁੰਦੀ ਪੱਥਰ ਵਰਗੀ। ਪਰ ਨਾਰੀਅਲ ਬਾਹਰੋਂ ਸਖਤ ਹੈ ਤੇ ਅੰਦਰੋਂ ਨਰਮ ਹੈ। ਜਿਹੜਾ ਮਹਾਂਪੁਰਸ਼ ਹੁੰਦਾ ਹੈ, ਕੋਈ ਚੰਗਾ ਹੁੰਦਾ ਹੈ, ਉਹ ਬਾਹਰੋਂ ਸਖਤ ਹੁੰਦਾ ਹੈ ਪਰ ਅੰਦਰੋਂ ਬੜਾ ਕੋਮਲ ਹੁੰਦਾ ਹੈ। ਜਿਹੜਾ ਨੀਚ ਬੰਦਾ ਹੁੰਦਾ ਹੈ ਬਾਹਰੋਂ ਬੜਾ ਹੀ ਨਰਮ ਹੁੰਦਾ, ਬੇਰ ਦੀ ਤਰ੍ਹਾਂ, ਅੰਦਰੋਂ ਸਖਤ ਪੱਥਰ ਵਰਗਾ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇਣ ਲੱਗੇ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ। ਅੱਜ ਕੱਲ੍ਹ ਸਾਡੇ ਕੁਝ ਭਰਾ ਇਹੋ ਜਿਹੇ ਨੇ, ਉਹ ਕਹਿੰਦੇ ਨਾਰੀਅਲ ਤੇ ਬਾਹਮਣਾ ਦਾ ਹੈ। ਪਤਾ ਨਹੀਂ ਕਿੱਥੋਂ ਇਹ ਸਿੱਖੀ ਨਵੀਂ ਲੈ ਆਏ ਹੈ ਬਈ ਬਾਹਮਣਾ ਦੇ ਕਿਹੜਾ ਗਿੱਟਿਆਂ ਗੋਡਿਆਂ ਨੂੰ ਨਾਰੀਅਲ ਲੱਗਦਾ। ਇਹ ਤਾਂ ਕੁਦਰਤੀ ਚੀਜ਼ ਹੈ, ਇਹਦਾ ਕੁਦਰਤ ਦਾ ਇੱਕ ਵੇਵ ਹੈ। ਮੁਸਲਮਾਨ ਵੀ ਖਾ ਸਕਦੇ, ਹਿੰਦੂ ਵੀ ਖਾਂਦੇ ਆ, ਸਿੱਖ ਵੀ ਖਾਂਦੇ ਆ। ਫਲਾਂ ਦੇ ਉੱਤੇ ਵੀ ਕਬਜ਼ਾ ਕਰਾਤਾ ਬਾਹਮਣਾ ਦਾ, ਫਿਰ ਸਾਡੇ ਕੋਲ ਬੇਰ ਰਹਿ ਜਾਣਗੇ। ਪਤਾ ਨਹੀਂ ਕੀ ਹੋਇਆ ਪਿਆ। ਸੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਰੀਅਲ ਤੇ 5 ਪੈਸੇ ਮੰਗਵਾਏ ਹਨ। ਕੰਚਨ ਥਾਰ ਬਿਖੈ ਧਰ ਦੀਨ। ਸੋਨੇ ਦੇ ਥਾਲ ਵਿੱਚ
ਇਹ ਦੋ ਚੀਜ਼ਾਂ 5 ਪੈਸੇ ਤੇ ਨਲੇਰ ਰੱਖਿਆ ਗਿਆ ਹੈ। ਚੰਦਨ ਪੁਸ਼ਪ ਧੂਪ ਸੁਭ ਕੀਨ, ਔਰ ਚੰਦਨ ਰਗੜ ਕੇ ਉਹਦਾ ਤਿਲਕ ਤਿਆਰ ਕੀਤਾ ਹੈ ਤੇ ਕੇਸਰ ਵਿੱਚ ਪਾਇਆ ਹੈ। ਸੋਹਣੀ ਸੁਗੰਧੀ ਵਾਲੇ ਪਦਾਰਥ ਚੰਦਨ, ਕੇਸਰ, ਅਗਰ ਕਪੂਰ ਪਾ ਕੇ ਮਹਾਰਾਜ ਨੂੰ ਤਿਲਕ ਦੇਣਾ ਹੁੰਦਾ ਹੈ ਨਾ, ਜੋ ਮਰਜ਼ਾਦਾ ਉਹਦੇ ਹਿਸਾਬ ਨਾਲ ਇਹ ਵੀ ਤਿਆਰੀ ਕੀਤੀ ਹੈ। ਅਤੇ ਸੋਹਣੇ ਫੁੱਲ ਵੀ ਨਾਲ ਥਾਲ 'ਚ ਰੱਖੇ ਹਨ। ਸੰਗਤ ਸਗਰੀ ਨਿਕਟ ਬੁਲਾਈ, ਸਾਰੀ ਦਿੱਲੀ ਦੀ ਦੂਰੋਂ ਨੇੜਿਓਂ ਆਈ ਸੰਗਤ ਇਕੱਠੀ ਕਰ ਲਈ, ਕਿਸੇ ਨੂੰ ਵੀ ਬਾਹਰ ਨਹੀਂ ਰਹਿਣ ਦਿੱਤਾ, ਇਕੱਠੇ ਇੱਕ ਦੀਵਾਨ 'ਚ ਕਰ ਲਿਆ। ਜਿਸ ਮਹਿ ਸਿੱਖ ਸਿਆਣੇ ਸਮੁਦਾਈ, ਬੜੇ ਬੜੇ ਬ੍ਰਹਮ ਗਿਆਨੀ ਮਹਾਪੁਰਸ਼, ਕਰਨੀ ਵਾਲੇ ਸਿਆਣੇ ਸਿਆਣੇ ਸਿੱਖ ਸਨ। ਹਾਥਨ ਜੋਰ ਨਾਥ ਗੁਰ ਆਗੇ, ਉਹ ਸਾਰਿਆਂ ਨੇ ਹੱਥ ਜੋੜ ਲਏ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ। ਨਮੋ ਕਰੈ ਕੋ ਚਰਣੀ ਲਾਗੇ, ਕੋਈ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਰਿਹਾ ਸੀ, ਕੋਈ ਨਮਸਕਾਰਾਂ ਕਰ ਰਿਹਾ ਸੀ। ਕ੍ਰਿਤ ਕੀ ਜਰੈ ਮਸਾਲ ਅਗਾਰੀ, ਉਸ ਵੇਲੇ ਸਾਧ ਸੰਗਤ ਜੀ ਸੰਗਤ ਦੇ ਵਿੱਚ ਜੋਤ ਘਿਓ ਦੀ ਜਗਾਈ ਜਾਂਦੀ। ਆਮ ਤੌਰ ਤੇ ਤਾਂ ਲੋਕ ਮਿੱਟੀ ਦਾ ਤੇਲ ਜਾਂ ਸਰੋਂ ਦਾ ਤੇਲ ਬਾਲਦੇ ਆ, ਪਰ ਗੁਰੂ ਦਰਬਾਰ ਦੀ ਮਰਜ਼ਾਦਾ ਸੀ ਵੀ ਦੀਵਾ ਜਿਹੜਾ ਹੈ ਉਹ ਦੇਸੀ ਘਿਓ ਦਾ ਬਾਲੋ, ਉਹਦੀ ਖੁਸ਼ਬੂ ਆਉਂਦੀ ਹੈ। ਮਿੱਟੀ ਦੇ ਤੇਲ ਦੀ, ਦੂਜੇ ਤੇਲ ਦੀ, ਸਰੋਂ ਦਾ ਤੇਲ, ਕੌੜਾ ਤੇਲ, ਇਹ ਵਾਤਾਵਰਣ ਨੂੰ ਖਰਾਬ ਕਰਦਾ ਹੈ। ਸੋ ਘਿਓ ਦੇ ਦੀਵੇ ਬਾਲੇ, ਘਿਓ ਦੇ ਜੋਤ, ਘਿਓ ਦੀ ਮਿਸਾਲ ਬਾਲੀ ਹੋਈ ਹੈ। ਅਪਰ ਸੁਗੰਧਨ ਬਹੁ ਮਹਿਕਾਰੀ, ਬੜੀਆਂ ਸੁਗੰਧੀ ਵਾਲੀਆਂ ਚੀਜ਼ਾਂ ਦੀ ਮਹਿਕ ਆ ਰਹੀ ਹੈ ਗੁਰੂ ਦਰਬਾਰ ਦੇ ਵਿੱਚ। ਸਭਾ ਲਗਾਏ ਜਥੋ ਚਿਤ ਸਾਰੇ, ਰਾਤ ਦਾ ਟਾਈਮ ਹੈ, ਰਾਤ ਦੇ ਸਮੇਂ ਸਾਰੀਆਂ ਸੰਗਤਾਂ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਗਈਆਂ ਹਨ। ਬੈਠੇ ਚਾਹੁੰਦੇ ਸੇ ਗੁਰ ਪਰਵਾਰੇ, ਗੁਰੂ ਦਾ ਪਰਿਵਾਰ ਗੁਰੂ ਦੇ ਆਲੇ ਦੁਆਲੇ ਘੇਰਾ ਘੱਤ ਕੇ ਬੈਠ ਗਿਆ ਹੈ। ਧਰੇ ਮੌਨ ਸਭ ਹੀਰਨ ਕਰੈ, ਪਰ ਸਾਰੇ ਮੌਨ ਹਨ, ਸਾਰੇ ਚੁੱਪ ਹਨ, ਵੇਖ ਰਹੇ ਨੇ ਵੀ ਗੁਰੂ ਸਾਹਿਬ ਹੁਣ ਕੀ ਕਰਨਗੇ। ਸਨੈ ਸਨੈ ਗੁਰ ਸਿਮਰਨ ਧਰੈ, ਵਾਹਿਗੁਰੂ 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 ਸਿਮਰਦੇ ਹਨ। ਸ੍ਰੀ ਹਰਿ ਕ੍ਰਿਸ਼ਨ ਦਰਸ਼ ਕਹੋ ਦਾਨ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਲਾਹਾ ਲੈ ਰਹੇ ਹਨ ਸਿੱਖ। ਦੀਨਹੁ ਕੀਨ ਜਨਨ ਕਲਿਆਣ, ਮਹਾਰਾਜ ਆਪਣੇ ਸੇਵਕਾਂ ਸਿੱਖਾਂ ਦਾ ਕਲਿਆਣ ਕਰਨ ਵਾਲੇ ਹਨ। ਤਜਿਓ ਪ੍ਰਿਅੰਕ ਤਰੇ ਗੁਰ ਭਏ, ਮਹਾਰਾਜ ਆਪਣੇ ਪਲੰਘੇ ਤੋਂ ਉਤਰੇ ਹਨ। ਕੁਛ ਕੋ ਆਸਤਰਨ ਥਿਰ ਥੀਏ, ਜਿਹੜਾ ਕੁਛ ਆਸਣ ਵਿਛਾਇਆ ਸੀ ਉੱਤੇ ਬੈਠ ਕੇ ਭੁੰਜੇ ਆਸਣ ਤੇ ਆ ਗਏ। ਕੰਚਨ ਥਾਰ ਨਿਕਟ ਕਰਵਾਇਓ, ਸੋਨੇ ਦਾ ਥਾਲ ਜਿਹਦੇ 'ਚ 5 ਪੈਸੇ, ਨਾਰੀਅਲ ਤੇ ਚੰਦਨ ਕੇਸਰ ਰੱਖਿਆ ਸੀ ਨੇੜੇ ਕਰ ਲਿਆ। ਦੇਖ ਦਾਹਿਨੋ ਹਾਥ ਉਠਾਇਓ, ਦੇਖ ਕੇ ਉਹਨੂੰ ਸੱਜੇ ਹੱਥ ਵਿੱਚ ਚੁੱਕ ਲਿਆ। ਮ੍ਰਿਦਲ ਮਨਿੰਦ ਕਮਲ ਕੇ ਜੋਏ, ਉਹ ਮਹਾਰਾਜ ਦੇ ਛੋਟੇ ਛੋਟੇ ਸੋਹਣੇ ਸੋਹਣੇ ਨਿਰਮਲ ਕੋਮਲ ਹੱਥ ਕਮਲ ਵਰਗੇ। ਪ੍ਰੇਰਨ ਕਰਿਓ ਪਿਖੈ ਗਨ ਸੋਏ, ਹਜ਼ਾਰਾਂ ਸੰਗਤਾਂ ਵੇਖ ਰਹੀਆਂ ਸਨ। ਪੈਸੇ ਪੰਚੇ ਉਠਾਵਨ ਕਰੇ, ਤੇ 5 ਪੈਸੇ ਵੀ ਚੁੱਕ ਲਏ ਹਨ। ਸ਼੍ਰੀ ਪਲ ਸਾਥ ਹਾਥ ਮੋਹ ਧਰੇ, ਤੇ ਨਾਰੀਅਲ ਵੀ ਹੱਥ ਵਿੱਚ ਲੈ ਲਿਆ। 5 ਪੈਸੇ ਤੇ ਨਾਰੀਅਲ ਹੱਥ ਵਿੱਚ ਲੈ ਕੇ ਕੀਨ ਮੰਡਲਾ ਕ੍ਰਿਤ ਤੈ ਬਾਰੀ, 3 ਵਾਰੀ ਪਰਿਕਰਮਾ ਕੀਤੀ ਹੈ। ਧਰਿਓ ਸੋ ਧਿਆਨ ਪ੍ਰਕਰਮਾ ਧਾਰੀ, ਤੇ ਗੁਰੂ ਸਾਹਿਬ ਜੀ ਨੇ ਅੰਤਰਾਤਮੇ ਹੀ ਧਿਆਨ ਧਰ ਲਿਆ ਹੈ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ। ਲੇਪਨ ਕਰੀ ਭੂਮ ਜਹ ਪਾਵਨ, ਜਿਹੜੀ ਜਗ੍ਹਾ ਬੜੀ ਸਾਫ਼ ਸੁਥਰੀ ਲਿਪ ਪੋਚ ਕੇ ਤਿਆਰ ਕੀਤੀ ਸੀ। ਨਿਜ ਕਰਤੇ ਤਹ ਕਰੇ ਟਿਕਾਵਨ, ਉਸ ਸੋਹਣੀ ਧਰਤੀ ਦੇ ਉੱਤੇ ਆਪਣੇ ਹੱਥਾਂ ਨਾਲ 5 ਪੈਸੇ ਤੇ ਨਾਰੀਅਲ ਏਦਾਂ ਰੱਖੇ ਨੇ ਜਿਵੇਂ ਗੁਰੂ ਦੇ ਅੱਗੇ ਰੱਖ ਕੇ ਆਪਾਂ ਮੱਥਾ ਟੇਕਦੇ ਹਾਂ। ਹਾਥ ਜੋੜ ਪੁਨ ਬੰਧਨ ਠਾਨੀ, ਫਿਰ ਹੱਥ ਜੋੜ ਕੇ 8ਵੇਂ ਪਾਤਸ਼ਾਹ ਨੇ ਧਰਤੀ ਤੇ ਮੱਥਾ ਟੇਕ ਦਿੱਤਾ। ਨੇਤਰੇ ਉਘਾਰ ਕਹੀ ਮੁਖ ਬਾਨੀ, ਮੱਥਾ ਟੇਕਣ ਤੋਂ ਬਾਅਦ ਫਿਰ ਆਪਣੇ ਨੇਤਰ ਕਮਲ ਖੋਲੇ ਤੇ ਬਚਨ ਇਉਂ ਆਪਣੀ ਰਸਨਾ ਤੋਂ ਕੀਤੇ ਹਨ। ਬਾਬਾ ਬਸਹਿ ਜੇ ਗ੍ਰਾਮ ਬਕਾਲੇ, ਇਹ ਬਚਨ ਕੀਤੇ ਹਨ ਬਾਬਾ ਬਸਹਿ ਜੇ ਗ੍ਰਾਮ ਬਕਾਲੇ। ਜਿਹੜਾ ਬਕਾਲੇ ਵਿੱਚ ਬਾਬਾ ਵਸਦਾ ਹੈ। ਬਨ ਗੁਰ ਸੰਗਤ ਸਕਲ ਸੰਭਾਲੇ, ਉਹ ਗੁਰੂ ਬਣ ਕੇ ਸਾਰੀ ਸੰਗਤ ਨੂੰ ਸਾਂਭ ਲੈਣਗੇ। ਇਸ਼ਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਦੇਤਾ, ਕਿਉਂਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਸਨ। ਵੱਡੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ
ਪੋਤਰੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਬਾਬੇ ਗੁਰਦਿੱਤੇ ਦੇ ਛੋਟੇ ਭਰਾ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਕਰਕੇ ਦਾਦਾ ਪੋਤੇ ਦਾ ਰਿਸ਼ਤਾ ਸੀ, ਬਾਬਾ ਤਾਂ ਕਿਹਾ ਹੈ। ਹਾਂਜੀ, ਜਿਮ ਐਮ ਸੁਨਾਏ ਸਭ ਹਨ ਸੋ ਕਹਿਓ। ਏਦਾਂ ਸਾਰਿਆਂ ਨੂੰ ਸੁਣਾ ਕੇ ਕਹਿ ਦਿੱਤਾ, ਫੈਸਲਾ ਸੁਣਾ ਦਿੱਤਾ। ਸਿੱਖਨ ਔਰ ਨਿਸ਼ਚੈ ਤਬ ਲਹਿਓ। ਸਾਰੀ ਸੰਗਤ ਨੂੰ ਨਿਸ਼ਚਾ ਹੋ ਗਿਆ ਵੀ ਮਹਾਰਾਜ ਗੱਦੀ ਕਿਸੇ ਮਹਾਂਪੁਰਸ਼ ਨੂੰ ਇਸ਼ਾਰਾ ਕਰ ਦਿੱਤਾ ਹੈ। ਨਹੀਂ ਨਾਮ ਲੀਨਸ ਤਿਸ ਬੇਰਾ। ਪਰ ਨਾਂ ਨਹੀਂ ਲਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਨਹੀਂ ਲਿਆ, ਉਦਾਂ ਬਾਬਾ ਬਕਾਲੇ ਕਹਿ ਦਿੱਤਾ ਹੈ। ਤਉ ਲਖਿਓ ਸਭ ਗੁਰੂ ਬਡੇਰਾ। ਪਰ ਫਿਰ ਵੀ ਸਾਰਿਆਂ ਨੂੰ ਨਿਸ਼ਚਾ ਹੋ ਗਿਆ ਵੀ ਜਿਹੜੇ ਵੱਡੇ ਗੁਰੂ ਹਨ, ਪੂਰਨ ਜੋਤ ਜਿਨ੍ਹਾਂ ਵਿੱਚ ਵਿਰਾਜਮਾਨ ਹੋਈ ਹੈ, ਉਹ ਬਕਾਲੇ 'ਚ ਰਹਿੰਦੇ ਹੋਣਗੇ। ਬਿਦ ਤਹਿ ਆਪ ਛਪਿਓ ਨਹਿ ਰਹਿ। ਜਿਨ੍ਹਾਂ ਵਿੱਚ ਜੋਤ ਪ੍ਰਗਟ ਹੋ ਗਈ ਉਹ ਤਾਂ ਪ੍ਰਗਟ ਹੋਣਗੇ, ਉਹ ਛੁਪੇ ਨਹੀਂ ਰਹਿ ਸਕਦੇ ਹੁਣ। ਇਮ ਵਿਚਾਰ ਕਰ ਕੋਈ ਨਾ ਕਹੈ। ਇਹ ਵਿਚਾਰ ਕਰਕੇ ਫਿਰ ਸੰਗਤ ਨੇ ਦੁਬਾਰਾ ਮਹਾਰਾਜ ਨੂੰ ਪੁੱਛਣ ਦੀ ਖੇਚਲ ਨਹੀਂ ਕੀਤੀ ਵੀ ਨਾ ਹੀ ਦੱਸ ਦਿਓ। ਮਹਾਰਾਜ ਨੇ ਜੇ ਆਪ ਨਾਮ ਗੁਪਤ ਰੱਖ ਲਿਆ ਤਾਂ ਹੁਣ ਦੁਬਾਰਾ ਸਵਾਲ ਕਰਨਾ, ਪ੍ਰਸ਼ਨ ਕਰਨਾ ਠੀਕ ਨਹੀਂ ਜਾਤਿਆ। ਸਭ ਕੀ ਇੱਛਾ ਪੂਰਨ ਕਰੀ। ਸਾਰਿਆਂ ਦੀਆਂ ਇੱਛਾਵਾਂ ਪੂਰਨ ਕਰ ਦਿੱਤੀਆਂ ਹਨ। ਗਰੀਬ ਨਿਵਾਏ ਨਮਰਤਾ ਧਰੀ। ਔਰ ਅਸੀਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਾਇਆ ਹੈ ਨਿਮਰਤਾ ਦੇ ਨਾਲ। ਨਮੋ ਕਰੈ ਸਭ ਆਦਮ ਸੰਦ। ਸਾਰੇ ਭਾਈ ਗੁਰਬਖਸ਼ ਵਰਗੇ ਮਸੰਦਾਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਹੈ। ਧਰੇ ਸ਼ੋਕ ਔਰ ਅਦਕ ਆਨੰਦ। ਸਾਰੇ ਮਨ ਵਿੱਚ ਸ਼ੋਕ ਵੀ ਸੀਗਾ 8ਵੇਂ ਪਾਤਸ਼ਾਹ ਦੇ ਵਿਛੋੜੇ ਦਾ, ਤੇ ਆਨੰਦ ਇਸ ਗੱਲ ਦਾ ਸੀ ਵੀ ਗੱਦੀ ਤੇ 9ਵੇਂ ਪਾਤਸ਼ਾਹ ਕੋਈ ਚੰਗੀ ਕਰਨੀ ਵਾਲੇ ਮਹਾਂਪੁਰਸ਼ ਆਉਣਗੇ। ਗੁਰੂ ਸਾਹਿਬ ਨੇ ਜੋਤ ਉਹਨਾਂ 'ਚ ਟਿਕਾ ਦਿੱਤੀ ਹੈ। ਕਰਿਓ ਹੁਕਮ ਸਤਿਗੁਰ ਟਿਕ ਪਾਦਾਸ। ਫਿਰ ਮਹਾਰਾਜ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ, ਅਬ ਸੰਗਤ ਕੀ ਪੂਰਨ ਆਸ। ਬਈ ਸਿੱਖਾਂ ਦੀ ਹੁਣ ਸੰਗਤ ਦੀ ਆਸ ਪੂਰੀ ਹੋ ਗਈ ਹੈ ਨਾ, ਜੋ ਤੁਸੀਂ ਚਾਹੁੰਦੇ ਸੀ ਅਸੀਂ ਕਰ ਦਿੱਤਾ ਹੈ। ਕਹੋ ਸਭਨ ਸੋ ਪੌਰੇ ਅਗਾਰੀ। ਹੁਣ ਸੰਗਤ ਨੂੰ ਆਖੋ ਵੀ ਬਾਹਰ ਦਰਵਾਜ਼ੇ ਦੇ ਸਾਹਮਣੇ ਤਿਰੋ ਕਰੋ ਸਤਨਾਮ ਉਚਾਰੀ। ਬਹਿ ਕੇ ਸਿਮਰਨ ਕਰੋ, ਬਾਣੀ ਪੜੋ, ਨਾਮ ਜਪੋ। ਪਠੈ ਸੁਨੈ ਇੱਕ ਚਿਤ ਗੁਰਬਾਣੀ। ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਪੜੋ ਤੇ ਗੁਰਬਾਣੀ ਸੁਣੋ। ਜਾਗਰਨ ਕਰੈ ਹੋਏ ਸਵਧਾਨੀ। ਤੇ ਸਾਵਧਾਨ ਹੋ ਕੇ ਜਾਗੋ, ਗੁਰਬਾਣੀ ਦਾ ਪਾਠ ਕਰੋ। ਲਿਓ ਬੁਲਾਏ ਰਬਾਬੀ ਜੋਏ। ਤੇ ਜਿਹੜੇ ਕੀਰਤਨੀਏ ਹਨ ਉਹਨਾਂ ਨੂੰ ਬੁਲਾ ਲਓ, ਰਬਾਬੀਆਂ ਨੂੰ, ਉਹ ਕੀਰਤਨ ਕਰਨ ਗੁਰਬਾਣੀ ਦਾ। ਕਰਹਿ ਸਪ੍ਰੇਮ ਕੀਰਤਨ ਸੋਏ। ਬਾਹਰ ਪ੍ਰੇਮ ਨਾਲ ਕੀਰਤਨ ਕਰੋ, ਗੁਰਬਾਣੀ ਗਾਓ। ਬਿਨਾ ਭਜਨ ਕਰਬੇ ਸਤਨਾਮ। ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾ ਨਹਿ ਕੋ ਬੋਲੇ ਥਿਰੈ ਜੋ ਧਾਮ। ਕੋਈ ਨਹੀਂ ਬੋਲੇਗਾ, ਕੋਈ ਹੋਰ ਗੱਲਬਾਤ ਨਹੀਂ ਕਰਨੀ। ਜਿੰਨੇ ਵੀ ਗੁਰੂ ਘਰ 'ਚ ਸੇਵਾਦਾਰ ਹਨ, ਮੁਖੀਏ ਮਸੰਦ ਹਨ, ਸੰਗਤਾਂ ਹਨ, ਬੀਬੀਆਂ ਹਨ, ਬੱਚੇ ਹਨ, ਕੋਈ ਵੀ ਬਚਨ ਫਾਲਤੂ ਨਾ ਕਰੇ। ਵਾਹਿਗੁਰੂ ਵਾਹਿਗੁਰੂ ਜਪੋ ਤੇ ਕੀਰਤਨ ਸੁਣੋ। ਅਬ ਹਮ ਕਰੈ ਪ੍ਰਲੋਕ ਪਿਆਨਾ। ਹੁਣ ਭਾਈ ਅਸੀਂ ਪਰਲੋਕ ਨੂੰ ਪਿਆਨਾ ਕਰਨ ਲੱਗੇ ਹਾਂ, ਅਸੀਂ ਇਹ ਚੋਲਾ ਛੱਡਣ ਲੱਗੇ ਹਾਂ। ਬਨੈ ਇਕਾਂਕੀ ਨਿਜ ਅਸਥਾਨਾ। ਆਪਣੇ ਅਸਥਾਨ ਤੇ ਇਕਾਂਤ ਹੋ ਕੇ ਅਸੀਂ ਚੋਲਾ ਛੱਡਾਂਗੇ। ਸੁਨ ਗੁਰ ਹੁਕਮ ਸਭਾ ਸਭ ਜੋਏ। ਜਿੰਨੀ ਵੀ ਸੰਗਤ ਸੀ ਉਹ ਮਹਾਰਾਜ ਦਾ ਹੁਕਮ ਸੁਣ ਕੇ ਉਠ ਉਠ ਹਾਥ ਜੋੜ ਕਰ ਦੋਏ। ਉਹ ਹੱਥ ਜੋੜ ਕੇ ਚੱਲ ਪਈ ਹੈ। ਨਮੋ ਕਰੈ ਦਰਸ਼ਨ ਕੋ ਦੇਖ। ਮਹਾਰਾਜ ਨੂੰ ਮੱਥਾ ਟੇਕਦੇ ਤੇ ਅਖੀਰਲੇ ਦਰਸ਼ਨ ਸਤਿਗੁਰਾਂ ਦੇ ਬੜੇ ਬੈਰਾਗ ਨਾਲ ਸਿੱਖ ਕਰ ਰਹੇ ਹਨ। ਜਿਨ ਕੇ ਮਸਤਕ ਭਾਗ ਵਿਸ਼ੇਖ। ਜਿਨ੍ਹਾਂ ਦੇ ਮੱਥੇ ਦੇ ਭਾਗ ਬਹੁਤ ਚੰਗੇ, ਜਿਨ੍ਹਾਂ ਨੂੰ ਮਹਾਰਾਜ 8ਵੇਂ ਪਾਤਸ਼ਾਹ ਦੇ ਸਾਖਸ਼ਾਤ ਦਰਸ਼ਨ ਹੋ ਰਹੇ ਹਨ। ਅਪਰ ਕਾਮਨਾ ਜੋ ਜੋ ਧਰੀ। ਮਨ ਵਿੱਚ ਜਿਹੜੀ ਜਿਹੜੀ ਵੀ ਕਾਮਨਾ ਧਾਰਨ ਕੀਤੀ ਹੈ, ਪੂਰਨ ਕੀਨ ਗੁਰੂ ਤਿਸ ਘਰੀ। ਉਹ ਗੁਰੂ ਸਾਹਿਬ ਜੀ ਨੇ ਪੂਰਨ ਕਰ ਦਿੱਤੀ ਹੈ। ਅਦਕ ਪ੍ਰੇਮ ਜੁਦ ਵਿਛਰੇ ਗੁਰ ਤੇ। ਬੜੇ ਪ੍ਰੇਮ ਦੇ ਨਾਲ ਸੰਗਤਾਂ ਬਾਹਰ ਨਿਕਲੀਆਂ ਨੇ ਮਹਾਰਾਜ ਦੇ ਕਮਰੇ ਵਿੱਚੋਂ, ਅਸਥਾਨ ਵਿੱਚੋਂ। ਸ਼ੋਕ ਵਿਸਾਲ ਦੀਨ ਬੜ ਉਰਤੇ। ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਸ਼ੋਕ ਹੈ, ਮਨ ਬੜੇ ਦੁਖੀ ਹਨ ਸਿੱਖਾਂ ਦੇ। ਸਿੱਖ ਸਮੁਦਾਇ ਪੌਰ ਪਰਥਿਨੈ। ਬਾਹਰ ਦਰਵਾਜ਼ੇ ਦੇ ਕੋਲ ਜਾ ਕੇ ਬੈਠਦੇ ਜਾਂਦੇ ਹਨ ਆਪੋ ਆਪਣੀ ਥਾਂ ਤੇ। ਸਤਨਾਮ ਕੋ ਸਿਮਰਨ
ਕਰੈ। ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਲਗੇ ਰਬਾਬੀ ਕੀਰਤਨ ਕਰਬੇ। ਰਬਾਬੀ ਕੀਰਤਨ ਕਰਨ ਲੱਗ ਪਏ ਹਨ। ਜੇ ਸੁਨਬੇ ਸਭ ਕਲਮਲ ਹਰਬੇ। ਜਿਨ੍ਹਾਂ ਦਾ ਕੀਰਤਨ ਸੁਣ ਕੇ, ਗੁਰਬਾਣੀ ਦਾ ਕੀਰਤਨ ਸੁਣ ਕੇ ਸਾਰੇ ਹੀ ਪਾਪ ਉਤਰ ਜਾਂਦੇ ਹਨ। ਸੋ ਮਹਾਰਾਜ ਹੁਣ ਜੋਤੀ ਜੋਤ ਸਮਾਣਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ